ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਨੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ, ਆਪਨੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸੱਚੇ ਪਾਤਸ਼ਾਹ ਤਖਤ ਚਾਬਰ ਛਤਰ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹਾਂ ਦੇ ਆਤਮਕ ਸਵਰੂਪ, ਕਿਰਪਾ ਦੇ ਸਾਗਰ, ਅੰਮ੍ਰਿਤ ਕੇ ਸੋਮੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਮਿਹਰ ਸਦਕਾ ਆਪ ਜੀ ਸਤ ਸੰਗਤ ਵਿੱਚ ਪਿਆਰ ਨਾਲ ਜੁੜ ਬੈਠੇ ਹੋ। ਪੰਥ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਦਰਸ਼ਨ ਇਸ਼ਨਾਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਅਸਥਾਨ ਦੀ ਚਰਨ ਧੂੜ ਨੂੰ ਪਰਸਦਿਆਂ ਹੋਇਆਂ ਹਜ਼ੂਰ ਦੀ ਪਵਿੱਤਰ ਸੰਗਤ ਦਾ ਆਪ ਜੀ ਲਾਹਾ ਪ੍ਰਾਪਤ ਕਰ ਰਹੇ ਹੋ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਵਿੱਤਰ ਇਲਾਹੀ ਫਰਮਾਨ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਜੀ ਦੇ ਆਏ ਹੋਏ ਪਵਿੱਤਰ ਸ਼੍ਰੀ ਮੁਖਵਾਕ ਦੀ ਕਥਾ ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਰਵਣ ਕਰੀਏ। ਜਿਨ੍ਹਾਂ ਗੁਰਸਿੱਖਾਂ ਦਾ ਮਨ
ਸਤਿਗੁਰੂ ਜੀ ਦੇ ਸ਼ਬਦ ਨਾਲ ਜੁੜ ਜਾਂਦਾ ਏ, ਉਹ ਇਸ ਨਾਸ਼ਵੰਤ ਸੰਸਾਰ ਦੇ ਦੁੱਖਾਂ ਤੋਂ ਛੁੱਟ ਜਾਂਦੇ ਆ। ਸੰਸਾਰ ਅੰਦਰ ਸਰੀਰ ਕਰਕੇ ਰਹਿੰਦੇ ਆ, ਪਰ ਮਨ ਕਰਕੇ ਉਹ ਨਿਰੰਕਾਰ ਦੇ ਦੇਸ਼ ਦੇ ਵਾਸੀ ਹੋ ਜਾਂਦੇ ਆ। ਗਰੀਬ ਨਵਾਜ ਜੋ ਸਾਨੂੰ ਬਖਸ਼ਿਸ਼ ਕਰਕੇ ਸਿੱਖਿਆ ਦੇ ਰਹੇ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੁੱਖਾਂ ਦੀ ਆਬ ਦੀ ਗਰੀਬ ਨਵਾਜ, ਜਿਸ ਅਸਥਾਨ ਤੇ ਆਪ ਸੰਗਤ ਦਾ ਆਨੰਦ ਮਾਣ ਰਹੇ ਹੋ ਗੁਰੂ ਰੂਪ ਸਾਧ ਸੰਗਤ ਜੀ, ਹਜੂਰ ਇਸੇ ਪਵਿੱਤਰ ਸਥਾਨ ਤੇ ਤਖਤ ਤੇ ਸਜਿਆ ਕਰਦੇ ਗਰੀਬ ਨਵਾਜ, ਤੇ ਸੰਗਤਾਂ ਨੂੰ ਮਹਾਰਾਜ ਦਰਸ਼ਨ ਦੀਦਾਰ ਬਖਸ਼ਿਆ ਕਰਦੇ। ਮਹਾਰਾਜ ਜੀ ਦੇ ਪਵਿੱਤਰ ਸ਼ਬਦ ਗੁਰਬਾਣੀ ਦੇ ਅੰਦਰ ਜੋ ਸਤਿਗੁਰਾਂ ਨੇ ਇਸ ਅਸਥਾਨ ਤੇ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕੀਤੇ। ਗਰੀਬ ਨਵਾਜ, ਇਹ ਸੋਠ ਰਾਗ ਦੀ ਵਾਰ ਹੈ। ਸੱਚੇ ਪਾਤਸ਼ਾਹ ਜੀ ਸ਼ਲੋਕ ਦੁਆਰਾ ਸਾਨੂੰ ਉਪਦੇਸ਼ ਦਿੰਦੇ ਹੈ। ਸ਼ਲੋਕ ਜਿਸ ਦੇ ਨਾਲ ਸਰੂਪ ਦੇ ਲੋਕ ਦੀ ਪ੍ਰਾਪਤੀ ਹੋਵੇ, ਐਸਾ ਸ਼ਲੋਕ ਸਤਿਗੁਰੂ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਉਚਾਰਨ ਕਰਦੇ ਨੇ। ਅੰਤਰ ਅਗਿਆਨ ਭਈ ਮਤ ਮੱਧਮ। ਹਜੂਰ ਫਰਮਾਉਂਦੇ ਹਨ, ਅੰਤਰ ਅਗਿਆਨ ਭਈ ਮਤ ਮੱਧਮ। ਜੀਵ ਦੇ ਹਿਰਦੇ ਦੇ ਅੰਦਰ ਸਾਧ ਸੰਗਤ ਜੀ ਅਗਿਆਨ ਹੋਣੇ ਕਰਕੇ ਉਸ ਦੀ ਮਤ ਜਿਹੜੀ ਹੈ ਨਾ, ਉਹ ਮੱਧਮ ਪੈ ਜਾਂਦੀ ਹੈ। ਅਗਿਆਨ ਕੀ ਹੈ? ਸੰਸਾਰ ਸੱਤ ਪਾਸ ਦਾ ਹੈ। ਮਨ ਪਦਾਰਥਾਂ ਵਿੱਚ ਲੱਗਾ ਹੋਇਆ, ਪਦਾਰਥਾਂ ਨੂੰ ਸਦਾ ਰਹਿਣ ਵਾਲੇ ਸਮਝਦਾ ਹੈ। ਦੇਹੀ ਨੂੰ ਸਦਾ ਰਹਿਣ ਵਾਲੀ ਸਮਝਦਾ ਹੈ। ਇਹ ਅਗਿਆਨ ਦਾ ਹਨੇਰਾ ਹੈ। ਗੁਰੂ ਜੀ ਤੋਂ ਬਿਨਾ ਗਿਆਨ ਦੀ ਦਾਤ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਜੀ ਕਹਿੰਦੇ ਨੇ, ਵਾਹਿਗੁਰੂ ਨੇ ਅਗਿਆਨ ਲਾਏ ਸਵਾਲਿਆ। ਇਹ ਸੰਸਾਰ ਅਗਿਆਨ ਵਿੱਚ ਸਵਾ ਦਿੱਤਾ ਹੈ। ਗੁਰ ਗਿਆਨੈ ਲਾਏ ਜਗਾਵੈ ਗੋ। ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਹ ਸਾਧ ਸੰਗਤ ਜੀ ਸੁੱਤੇ ਪਏ ਜਾਗ ਪੈਂਦੇ ਹੈ। ਜਿਵੇਂ ਸੂਰਜ ਚੜ੍ਹਨ ਨਾਲ ਚਾਨਣ ਹੁੰਦਾ ਨਾ, ਇਵੇਂ ਉਹਨਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਨਾਸ਼ ਹੋ ਜਾਂਦਾ ਹੈ ਤੇ ਗਿਆਨ ਦਾ ਪ੍ਰਕਾਸ਼ ਹੋ ਆਉਂਦਾ ਹੈ। ਮਹਾਰਾਜ ਜੀ ਕਹਿੰਦੇ, ਇਹ ਅਗਿਆਨ ਦਾ ਹਨੇਰਾ ਹੋਣੇ ਕਰਕੇ ਜੀਆਂ ਦੀ ਮੱਤ ਜਿਹੜੀ ਆ ਉਹ ਮੱਧਮ ਪੈ ਰਹੀ ਹੈ, ਮੱਤ ਘਟਦੀ ਜਾ ਰਹੀ ਹੈ। ਆਤਮ ਵਿਸ਼ੈਣੀ ਮੱਤ ਜਿਹੜੀ ਹੈ ਨਾ, ਉਹ ਜੀਵਾਂ ਦੇ ਪਾਸ ਨਹੀਂ ਰਹੀ। ਕਿਉਂ? ਕਿਉਂਕਿ ਅੰਦਰ ਅਗਿਆਨ ਦਾ ਹਨੇਰਾ ਹੈ, ਕੁਝ ਨਹੀਂ ਸੁੱਝਦਾ। ਹਨੇਰੇ ਵਿੱਚ ਤਾਂ ਆਪਣੇ ਪਸਾਰੇ ਹੋਏ ਹੱਥ ਹੀ ਨਹੀਂ ਦਿਸਦੇ, ਹੋਰ ਕੀ ਸੁੱਝੇਗਾ। ਮਹਾਰਾਜ ਕਹਿੰਦੇ, ਇਹ ਅਗਿਆਨਤਾ ਦਾ ਹਨੇਰਾ ਇੰਨਾ ਜ਼ਿਆਦਾ ਹੈ ਕਿ ਜੀਆਂ ਦੀ ਮੱਤ ਕੰਮ ਹੀ ਨਹੀਂ ਕਰਦੀ ਕਿ ਮੈਂ ਇਸ ਸੰਸਾਰ ਨੂੰ ਇੱਕ ਦਿਨ ਛੱਡ ਦੇਣਾ ਹੈ। ਤਿੰਨ ਪ੍ਰਕਾਰ ਦੀ ਮੱਤ ਹੁੰਦੀ ਹੈ ਸਾਧ ਸੰਗਤ ਜੀ। ਇੱਕ ਉੱਤਮ ਮੱਤ ਹੁੰਦੀ ਹੈ, ਇੱਕ ਮੱਧਮ ਹੁੰਦੀ ਹੈ,
ਤੇ ਇੱਕ ਕਨਿਸ਼ਟ ਹੁੰਦੀ ਹੈ। ਉੱਤਮ ਮਤ ਉਹਨੂੰ ਕਹਿੰਦੇ ਆ ਜਿਨ੍ਹਾਂ ਦੇ ਅੰਦਰ ਖਿਆਲ ਹੁੰਦਾ ਹੈ ਕਿ ਮਨੁੱਖਾ ਜਨਮ ਮਿਲਿਆ, ਮਨਾਂ ਬੰਦਗੀ ਕਰਕੇ ਇਹਨੂੰ ਸਫਲਾ ਕਰ ਲਈਏ, ਮਹਾਰਾਜ ਜੀ ਦਾ ਉਪਦੇਸ਼ ਕਮਾਈਏ। ਤੇ ਉਹਨਾਂ ਨੂੰ ਫਿਰ ਪ੍ਰਭੂ ਰਸ ਜਦੋਂ ਆਉਣ ਲੱਗ ਪੈਂਦਾ ਹੈ, ਫਿਰ ਸਾਧ ਸੰਗਤ ਜੀ ਇਹ ਉਹਨਾਂ ਦੀ ਮਤ ਉੱਤਮ ਹੋ ਜਾਂਦੀ ਹੈ। ਅੰਦਰ ਚੇਸ਼ਟਾ ਰਹਿੰਦੀ ਹੈ, ਇੱਛਾ ਰਹਿੰਦੀ ਹੈ ਵਾਹਿਗੁਰੂ ਨੂੰ ਮਿਲਣ ਦੀ, ਜਿਸ ਕਰਕੇ ਉਹਨਾਂ ਨੂੰ ਸੰਗਤ ਨਾਲ ਆਨੰਦ ਆਉਣ ਲੱਗ ਪੈਂਦਾ ਹੈ, ਰਸ ਆਉਣ ਲੱਗ ਪੈਂਦਾ ਹੈ, ਪ੍ਰਭੂ ਦਾ ਪਿਆਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਨੂੰ ਉੱਤਮ ਮਤ ਕਹਿੰਦੇ ਆ। ਮੱਧਮ ਉਸ ਨੂੰ ਕਹਿੰਦੇ ਆ ਜਿਸ ਦਾ ਸਤਿਗੁਰੂ ਜ਼ਿਕਰ ਕਰ ਰਹੇ ਹੈ। ਪ੍ਰਭੂ ਨੂੰ ਮਿਲਣ ਦੀ ਵੀ ਕਦੇ ਕਦੇ ਇੱਛਾ ਜਾਗਣੀ, ਪਰ ਪਦਾਰਥਾਂ ਦੀ ਪਕੜ ਵਧੀਕ ਰਹਿਣੀ, ਸਰੀਰਾਂ ਦਾ ਮੋਹ ਚਿੰਬੜਿਆ ਰਹਿਣਾ, ਵਕਾਰਾਂ ਦੇ ਅੰਦਰ ਮਨ ਗਲਤਾਨ ਰਹਿਣਾ। ਕਦੇ ਸੰਗਤ ਕਰਕੇ ਘੜੀ ਪਲ ਬਰਾਗ ਆਇਆ, ਪ੍ਰਭੂ ਨੂੰ ਮਿਲਣ ਦੀ ਇੱਛਾ ਜਾਗੀ, ਸੰਗਤ ਵਿੱਚੋਂ ਉੱਠ ਕੇ ਗਏ, ਫਿਰ ਇਹ ਇੱਛਾ ਭੁੱਲੀ ਗਈ। ਫਿਰ ਉਸੇ ਤਰ੍ਹਾਂ ਹੀ ਝੂਠ ਬੋਲਣਾ, ਉਸੇ ਤਰ੍ਹਾਂ ਹੀ ਬੁਰੇ ਖਿਆਲਾਂ ਵਿੱਚ ਪ੍ਰਵਿਰਤ ਹੋ ਜਾਣਾ। ਇਹ ਹੈ ਮੱਧਮ ਮਤ। ਜਿਹੜੀ ਕਨਿਸ਼ਟ ਹੁੰਦੀ ਹੈ ਇਹ ਨੀਚ ਮਤ ਹੁੰਦੀ ਹੈ। ਕਦੇ ਸੰਗਤ ਕਰਨੀ ਹੀ ਨਾ, ਕਦੇ ਪ੍ਰਭੂ ਨੂੰ ਮਿਲਣ ਦੀ ਇੱਛਾ ਜਾਗਣੀ ਹੀ ਨਾ, ਹਰ ਵੇਲੇ ਪਾਪਾਂ ਵਿੱਚ ਹੀ ਚਿੱਤ ਪ੍ਰਵਿਰਤ ਰਹਿਣਾ, ਇਸ ਨੂੰ ਕਨਿਸ਼ਟ ਮਤ ਕਹਿੰਦੇ ਆ। ਸਤਿਗੁਰੂ ਜੀ ਕਹਿੰਦੇ ਆ ਜੀਆਂ ਦੇ ਅੰਦਰ ਅਗਿਆਨ ਹੈ, ਕਿਉਂਕਿ ਅਗਿਆਨ ਨਾਲ ਕੁਝ ਵੀ ਸੁਝਦਾ ਨਹੀਂ, ਪਤਾ ਨਹੀਂ ਚੱਲਦਾ। ਇਸ ਕਰਕੇ ਜਿਹੜੀ ਮਤ ਹੈ ਨਾ, ਮਹਾਰਾਜ ਕਹਿੰਦੇ ਇਹ ਮੱਧਮ ਪੈ ਰਹੀ ਹੈ। ਪਾਪ ਵਿਚਕਾਰਲਾ ਦਰਜਾ ਜਿਹੜਾ ਉਹਨੂੰ ਮਧਿਆਨ ਕਹਿੰਦੇ ਆ। ਨਾ ਪ੍ਰਭੂ ਨੂੰ ਮਿਲਣ ਦੀ ਇੱਛਾ ਜਾਗਦੀ ਹੈ ਤੇ ਨਾ ਹੀ ਉਹ ਜਿਹੜੇ ਆ ਜ਼ਿਆਦੇ ਔਗਣਾਂ ਵੱਲ ਪ੍ਰਵਿਰਤ ਹੁੰਦੇ ਆ। ਸਮਾਨ ਜੀਵਨ ਆਪਣਾ ਪ੍ਰਵਿਰਤੀ ਵਿੱਚ ਬਤੀਤ ਕਰਦੇ ਰਹਿੰਦੇ ਆ, ਪਰ ਇਹਦੇ ਨਾਲ ਵੀ ਸਾਧ ਸੰਗਤ ਜੀ ਚਿੱਤ ਨੂੰ ਸੁੱਖ ਨਹੀਂ ਹੁੰਦਾ ਹੈ, ਬੜਾ ਜ਼ਿਆਦਾ ਉਹ ਦੁਖੀ ਹੁੰਦੇ ਆ। ਮਹਾਰਾਜ ਜੀ ਉਹਨਾਂ ਦੀ ਬਾਬਤ ਦੱਸਦੇ, ਹਜੂਰ ਫਰਮਾਉਂਦੇ ਆ, ਸਤਿਗੁਰ ਕੀ ਪ੍ਰਤੀਤ ਨਾਹੀ। ਫਿਰ ਉਹਨਾਂ ਦੇ ਅੰਦਰ ਸਤਿਗੁਰੂ ਜੀ ਦੀ ਪ੍ਰਤੀਤੀ ਨਹੀਂ ਆਉਂਦੀ, ਭਾਵ ਭਰੋਸਾ ਨਹੀਂ ਆਉਂਦਾ ਮਹਾਰਾਜ ਜੀ ਦੇ ਉੱਪਰ। ਵਾਹਿਗੁਰੂ ਜੀ ਦੀ ਹੋਂਦ ਦੇ ਉੱਤੇ ਉਹਨਾਂ ਨੂੰ ਨਿਸ਼ਚਾ ਨਹੀਂ ਵੱਜਦਾ। ਮੱਧਮ ਮਤ ਵਾਲੇ ਨੂੰ ਪਾਪੀ ਦਾ ਤੇ ਭਲਾ ਉਹਦੀ ਬਿਰਤੀ ਹੀ ਜਿਹੜੀ ਉਹ ਕੰਨ ਸਖੋਪਤ ਅਵਸਥਾ ਵਾਲੀ ਹੋ ਜਾਂਦੀ ਹੈ। ਜਿਹੜਾ ਮੱਧਮ ਮਤ ਵਾਲਾ ਨਾ, ਮਹਾਰਾਜ ਜੀ ਕਹਿੰਦੇ ਉਹਨੂੰ ਸਤਿਗੁਰਾਂ ਦੇ ਉੱਪਰ ਭਰੋਸਾ ਨਹੀਂ ਰਹਿੰਦਾ ਹੈ, ਵਾਹਿਗੁਰੂ ਦੇ ਉੱਪਰ ਨਿਸ਼ਚਾ ਨਹੀਂ ਰਹਿੰਦਾ ਹੈ, ਆਪਣੇ ਸਰੀਰਕ ਬਲ ਦਾ ਉਹਨੂੰ ਮਾਣ ਹੁੰਦਾ ਹੈ, ਆਪਣੀ ਅਕਲ ਦਾ ਉਸ ਨੂੰ ਮਾਣ ਹੁੰਦਾ ਹੈ, ਜਿਸ ਕਰਕੇ ਉਹਦੇ ਮਨ ਦੇ ਅੰਦਰ ਸਦਾ ਹੀ ਦੁੰਦਵਾਦ ਪਿਆ ਰਹਿੰਦਾ ਹੈ, ਦੁਖੀ ਹੁੰਦਾ ਹੈ ਪਦਾਰਥਾਂ ਦੇ ਨਾਸ਼ ਹੋਣ ਨਾਲ, ਸੁਖੀ ਹੁੰਦਾ ਹੈ ਪਦਾਰਥਾਂ ਦੇ ਆਉਣ ਕਰਕੇ। ਮਹਾਰਾਜ ਜੀ ਕਹਿੰਦੇ ਉਸ ਨੂੰ ਸਤਿਗੁਰਾਂ ਦੇ ਉੱਪਰ ਭਰੋਸਾ ਨਹੀਂ ਵੱਜਦਾ ਹੈ, ਡਾਵਾਂਡੋਲ ਅਵਸਥਾ ਰਹਿੰਦੀ ਹੈ, ਮਨ ਹਰ ਵੇਲੇ ਪਾਰੇ ਦੀ ਤਰ੍ਹਾਂ ਥਿੜਕਦਾ ਹੀ ਰਹਿੰਦਾ ਹੈ। ਤਾਈਏ ਕਰਕੇ ਬਾਹਰੋਂ ਮੱਧਮ ਮਤ ਵਾਲਾ ਜੀਵ ਧਰਮੀ ਬਣ ਜਾਂਦਾ ਹੈ, ਪਰ ਉਹਦੇ ਅੰਦਰ ਸਾਧ ਸੰਗਤ ਜੀ ਧਰਮ ਪ੍ਰਵੇਸ਼ ਨਹੀਂ ਕਰਦਾ। ਇਸੇ ਕਰਕੇ ਨਹੀਂ ਕਰਦਾ ਕਿ ਉਹਨੇ ਅਗਿਆਨ ਨੂੰ ਨਾਸ਼ ਕਰਨ ਲਈ ਗੁਰੂ ਜੀ ਦਾ ਮੰਤਰ ਨਹੀਂ ਜਪਿਆ, ਵਾਹਿਗੁਰੂ ਮੰਤਰ ਦਾ ਅਭਿਆਸ ਨਹੀਂ ਕੀਤਾ, ਜਿਸ ਕਰਕੇ ਮਤ ਜਿਹੜੀ ਆ ਉਹ ਸਗੋਂ ਘਟਦੀ ਮੱਧਮ ਹੀ ਪੈ ਗਈ। ਇੰਨੀ ਮੱਧਮ ਪੈ ਗਈ ਕਿ ਸੰਸਾਰ ਹੀ ਸੱਤ ਭਾਸਦਾ ਹੈ, ਦੇਹਾਂ ਹੀ ਸੱਤ ਭਾਸਦੀਆਂ, ਵਾਹਿਗੁਰੂ ਜੀ ਦੇ ਉੱਪਰ ਭਰੋਸਾ ਨਹੀਂ ਆਉਂਦਾ,
ਸਤਿਗੁਰਾਂ ਦੀ ਬਾਣੀ ਦੇ ਉੱਪਰ ਨਿਸ਼ਚਾ ਨਹੀਂ ਆਉਂਦਾ। ਪੜ੍ਹਨ ਨੂੰ ਪੜ੍ਹ ਵੀ ਲੈਂਦਾ, ਬਾਹਰੋਂ ਧਰਮ ਕਰਮ ਕਰ ਲੈਂਦਾ ਹੈ, ਪਰ ਮਹਾਰਾਜ ਕਹਿੰਦੇ ਮਤ ਮੱਧਮ ਪਈ ਹੋਈ ਹੈ। ਇਸ ਕਰਕੇ ਸਤਿਗੁਰਾਂ ਜੀ ਦੇ ਉੱਪਰ ਉਸ ਨੂੰ ਦਿਲ ਤੋਂ ਨਿਸ਼ਚਾ ਨਹੀਂ। ਇਸੇ ਕਰਕੇ ਸਾਧ ਸੰਗਤ ਜੀ ਮੱਧਮ ਮਤ ਵਾਲਾ ਮਨੁੱਖ ਥਿੜਕ ਜਾਂਦਾ ਹੈ, ਡੋਲ ਜਾਂਦਾ ਹੈ, ਭੁੱਲ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਭਾਈ ਸਤਿਗੁਰਾਂ ਦੇ ਉੱਪਰ ਭਰੋਸਾ ਨਹੀਂ ਆਉਂਦਾ ਹੈ। ਅੰਦਰ ਕਪਟ ਸਭ ਕਪਟੋ ਕਰ ਜਾਣੈ। ਉਹਦੇ ਅੰਦਰ ਕਪਟ ਹੈ, ਛਲ ਹੈ। ਜਿਹੜਾ ਕਿਸੇ ਨੂੰ ਧੋਖਾ ਦੇਣਾ ਨਾ, ਇਹਨੂੰ ਸਾਧ ਸੰਗਤ ਜੀ ਕਪਟ ਕਹਿੰਦੇ ਆ। ਮਨੁੱਖ ਸੋਚਦਾ ਮੈਂ ਕਿਸੇ ਨੂੰ ਧੋਖਾ ਦੇ ਰਿਹਾ, ਅਸਲ ਵਿੱਚ ਆਪਣੇ ਆਪ ਨਾਲ ਹੀ ਇਹਦੇ ਛਲ ਹੋ ਜਾਂਦਾ ਹੈ। ਮਾਇਆ ਇਹਨੂੰ ਛਲ ਲੈਂਦੀ ਹੈ, ਵਕਾਰ ਇਹਨੂੰ ਛਲ ਲੈਂਦੇ ਹੈ, ਪਰ ਸੋਚਦਾ ਹੈ ਕਿ ਮੈਂ ਮੂਰਖ ਬਣਾ ਰਿਹਾ ਕਿਸੇ ਨੂੰ। ਅੱਜ ਕੱਲ੍ਹ ਖਾਸ ਕਰਕੇ ਆਪਣੇ ਦੇਸ਼ ਵਿੱਚ ਸਾਧ ਸੰਗਤ ਜੀ, ਕਦੇ ਇਹ ਧਰਤੀ ਜਿੱਥੇ ਸਤਿਗੁਰਾਂ ਜੀ ਨੇ ਸਿੱਖੀ ਦਾ ਉਪਦੇਸ਼ ਦਿੱਤਾ, ਇੰਨੀ ਇੱਥੋਂ ਦੀ ਰਿਆਇਆ ਇਮਾਨਦਾਰ ਹੁੰਦੀ ਸੀ, ਦਿਲੋਂ ਸੱਚੇ ਸੁੱਚੇ ਹੁੰਦੇ ਸਨ ਕਿ ਕਿਸੇ ਦਾ ਕੌੜਾ ਬੋਲ ਕੇ ਦਿਲ ਤੱਕ ਨਹੀਂ ਸੀ ਦਿਖਾਉਂਦੇ, ਕਿਸੇ ਨੂੰ ਛਲ ਤਾਂ ਕਰਕੇ ਲੁੱਟਣਾ ਤਾਂ ਕੀ। ਪਰ ਅਜਿਹਾ ਪ੍ਰਭਾਵ ਸਮੇਂ ਦਾ ਵਰਤਿਆ, ਇੱਕ ਦੂਸਰੇ ਨੂੰ ਮੂਰਖ ਬਣਾਉਣ ਦੇ ਵਿੱਚ ਲੱਗੇ ਹੋਏ, ਦੂਸਰਾ ਦੂਸਰੇ ਨੂੰ ਛਲਣ ਵਿੱਚ ਲੱਗਾ ਹੋਇਆ ਹੈ। ਤੇ ਇਸ ਤਰ੍ਹਾਂ ਸਮਝਦੇ ਹੋਏ ਇਉਂ ਸੋਚਦੇ ਆ ਕਿ ਅਸੀਂ ਬੜੇ ਚਲਾਕ ਹਾਂ, ਮੈਨੂੰ ਬੜੀ ਸਮਝ ਹੈ, ਜੋ ਮੈਨੂੰ ਪਤਾ ਹੈ ਉਹ ਤਾਂ ਹੋਰ ਕਿਸੇ ਨੂੰ ਪਤਾ ਹੀ ਨਹੀਂ, ਬਾਕੀ ਤਾਂ ਸਭ ਮੂਰਖ ਹੀ ਫਿਰਦੇ ਆ। ਪਰ ਸਤਿਗੁਰੂ ਜੀ ਦੀ ਬਾਣੀ ਦੱਸਦੀ ਹੈ, ਸਤਸੰਗੀ ਨੂੰ ਪਤਾ ਲੱਗ ਜਾਂਦਾ ਹੈ ਕਿ ਬਈ ਤੂੰ ਆਪਣੇ ਆਪ ਨੂੰ ਬੜਾ ਚਾਤੁਰ ਸਮਝ ਰਿਹਾ, ਚਲਾਕ ਸਮਝ ਰਿਹਾ, ਪਰ ਮੇਰੇ ਗੁਰੂ ਜੀ ਦੀ ਸਿੱਖਿਆ ਮੁਤਾਬਕ ਤੂੰ ਅਤ ਮੂਰਖ ਹੈ। ਇੱਕ ਤਾਂ ਮਹਾਰਾਜ ਨੇ ਕਿਹਾ ਕਿ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਓ। ਜਿਹਨੂੰ ਸਤਿਗੁਰੂ ਜੀ ਦੇ ਉੱਤੇ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ, ਉਹ ਤਾਂ ਮਹਾ ਮੂਰਖ ਹੈ। ਫਿਰ ਮਹਾਰਾਜ ਕਹਿੰਦੇ ਉਹਦੇ ਅੰਦਰ ਕਪਟ ਹੈ ਹਰ ਵੇਲੇ, ਛਲ ਹੈ ਹਰ ਵੇਲੇ, ਧੋਖਾ ਦੇਣ ਦੀ ਨੀਤ ਬਣੀ ਰਹਿੰਦੀ ਹੈ। ਤੇ ਨਿਤ ਕਪਟੋ ਕਰ ਜਾਣ, ਨਿਤਾ ਪ੍ਰਤੀ ਦੂਸਰੇ ਵਾਸਤੇ ਵੀ ਉਹ ਇਹ ਹੀ ਸੋਚਦਾ ਹੈ ਕਿ ਇਹ ਮੈਨੂੰ ਕਪਟ ਕਰੂਗਾ, ਮੇਰੇ ਨਾਲ ਧੋਖਾ ਦੇਊਗਾ, ਛਲ ਕਰੂਗਾ। ਜੇ ਆਪ ਨਹੀਂ ਨਾ ਕਰਦਾ ਤੇ ਦੂਸਰੀ ਬਾਬਤ ਇਹੋ ਹੀ ਸੋਚਦਾ ਹੈ ਕਿ ਇਹ ਮੈਨੂੰ ਕਿਤੇ ਛਲ ਨਾ ਲਵੇ, ਇਹ ਮੈਨੂੰ ਧੋਖਾ ਦੇਊਗਾ। ਅੱਜ ਕੋਈ ਵੀ ਕਿਸੇ ਤੇ ਭਰੋਸਾ ਨਹੀਂ ਕਰਦਾ। ਗੁਰੂ ਅਸਥਾਨਾਂ ਤੇ ਵੀ ਆ ਕਰਕੇ ਆਪਾਂ ਕਿਸੇ ਸਤਸੰਗੀ ਤੇ ਵੀ ਭਰੋਸਾ ਨਹੀਂ ਕਰਦੇ। ਸਮੇਂ ਦਾ ਪ੍ਰਭਾਵ ਕਿਹੋ ਜਿਹਾ ਵਰਤ ਗਿਆ, ਜਦੋਂ ਕਿ ਗੁਰਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਅਸੀਂ ਸੰਗਤ ਵਿੱਚ ਜੋੜੇ ਝਾੜਦੇ ਹਾਂ, ਸੇਵਾ ਕਰਦੇ ਹਾਂ, ਪਰ ਸੰਗਤ ਨੂੰ ਗੁਰੂ ਰੂਪ ਜਾਣ ਲੈਣਾ, ਇਹ ਗੁਰੂ ਜੀ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਨਹੀਂ ਸਾਧ ਸੰਗਤ ਜੀ ਦਾਤ ਪ੍ਰਾਪਤ ਹੁੰਦੀ। ਸਤਿਗੁਰੂ ਜੀ ਕਹਿੰਦੇ ਨੇ ਅਗਿਆਨ ਕਰਕੇ ਮਤ ਭੁੱਲ ਜਾਂਦੀ ਹੈ, ਮੱਧਮ ਪੈ ਜਾਂਦੀ ਹੈ, ਉਸ ਦੇ ਅੰਦਰ ਇੰਨਾ ਗੁਵਾਰ ਹੁੰਦਾ ਹੈ, ਹਰੇਕ ਨਾਲ ਛਲ ਕਰਦਾ ਹੈ, ਧੋਖਾ ਕਰਦਾ ਹੈ, ਤੇ ਆਪਣਾ ਚਿੱਤ ਛਲੀਆ ਨਾ, ਤੇ ਦੂਸਰੇ ਨੂੰ ਵੀ ਛਲੀਆ ਹੀ ਕਰਕੇ ਸਮਝਦਾ ਵੀ ਇਹ ਸਾਰੇ ਧੋਖੇਬਾਜ਼ ਹੈ। ਤੇ ਇਸੇ ਕਰਕੇ ਦੁਨੀਆ ਦੀ ਬਾਬਤ ਸੋਚਦੇ ਹੋਏ ਕਹਿੰਦੇ ਆ ਕਿ ਅੱਜ ਕੱਲ੍ਹ ਦੁਨੀਆ ਜੀ ਬੜੀ ਧੋਖੇਬਾਜ਼ ਹੈ, ਬੜਾ ਫਰੇਬ ਕਰਦੇ ਆ। ਤੇ ਜੇ ਗੁਰਮੁਖਾਂ ਨੂੰ ਪੁੱਛੋ ਨਾਮ ਰਸ਼ੀਆਂ ਨੂੰ, ਤੇ ਗੁਰਮੁਖ ਕਹਿੰਦੇ ਆ ਕਿ ਸਾਰੇ ਭਜਨ ਕਰ ਰਹੇ ਆ, ਸਾਰੇ ਹੀ ਗੁਰਮੁਖ ਹੈ। ਗੁਰਮੁਖਾਂ ਨੂੰ ਸਾਰੇ ਹੀ ਨਾਮ ਜਪਦੇ ਪ੍ਰਤੀਤ ਹੁੰਦੇ। ਵਾਹਿਗੁਰੂ ਦੀ ਜੋਤ ਸਭ ਦੇ ਅੰਦਰ ਉਹਨਾਂ ਨੂੰ ਦਿਸਦੀ ਹੈ। ਸਾਰਿਆਂ ਨੂੰ ਭਲਾ ਕਰਕੇ ਹੀ ਸਮਝਦੇ ਆ ਕਿ ਬਈ ਬੜੇ ਭਲੇ ਲੋਕ ਹੈ ਸਾਰੇ। ਇਹ ਮਹਾਰਾਜ ਕਹਿੰਦੇ ਬਿਰਤੀ ਉਸ ਦੀ ਆਪਣੀ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਨਿਤਾ ਪ੍ਰਤੀ ਆਪ ਕਪਟ ਕਰਦਾ, ਛਲ ਕਰਦਾ, ਤੇ ਨਿਤ ਕਪਟੋ ਕਰ ਜਾਣ।
ਨਿਤਾ ਪ੍ਰਤੀ ਇਹੋ ਹੀ ਜਾਣਦਾ ਹੈ, ਸਮਝਦਾ ਹੈ ਕਿ ਦੂਸਰਾ ਵੀ ਕਪਟੀ ਹੈ, ਛਲੀਆ ਹੈ। ਕਪਟੇ ਖਪਹਿ ਖਪਾਹੀ। ਉਸ ਛਲ ਵਿੱਚ, ਉਸ ਧੋਖੇਬਾਜ਼ੀ ਵਿੱਚ ਮਹਾਰਾਜ ਕਹਿੰਦੇ ਆਪ ਖਪਦਾ ਹੈ ਤੇ ਜਿਹੜੇ ਉਹਦੇ ਸਾਥੀ ਹੁੰਦੇ ਉਹਨਾਂ ਨੂੰ ਖਪਾਉਂਦਾ ਹੈ। ਕੀ ਕਰਦੇ ਆ ਲੋਕ? ਪੈਸੇ ਲੈ ਕੇ ਮੁੱਕਰ ਜਾਂਦੇ ਆ, ਧੋਖਾ ਦਿੰਦੇ ਆ, ਸਮੇਂ ਸਿਰ ਦੇ ਦੇਵਾਂਗਾ, ਨਹੀਂ ਦਿੰਦੇ। ਸਾਥੀ ਕੋਲੋਂ ਹੀ ਪੈਸੇ ਲਏ ਧੋਖਾ ਦੇ ਕਰਕੇ, ਫਿਰ ਦਿੱਤੇ ਹੀ ਨਹੀਂ ਵਾਪਸ। ਉਹ ਆਪ ਵੀ ਖਪਿਆ ਤੇ ਜਿਹੜਾ ਲੈਣ ਵਾਲਾ ਉਹਨੂੰ ਤਾਂ ਫਿਰ ਖਪਣਾ ਹੀ ਸੀ ਨਾ, ਮੰਗਣਾ ਹੀ ਸੀ ਬਾਰ-ਬਾਰ। ਇਉਂ ਸਾਧ ਸੰਗਤ ਜੀ, ਜਿੱਥੇ ਉਹਨਾਂ ਦੀ ਕੋਈ ਮਿੱਤਰਤਾ ਹੁੰਦੀ ਹੈ ਨਾ, ਉੱਥੇ ਹੀ ਐਸਾ ਮਨੁੱਖ ਪਰਿਵਾਰ ਦੇ ਅੰਦਰ ਵੀ ਵਿਸ਼ਈ ਨਿਗਾਹ ਰੱਖਦਾ ਹੋਇਆ ਅੰਦਰੋਂ ਕਪਟ ਕਰਦਾ ਹੈ, ਛਲ ਕਰਦਾ ਹੈ। ਦੂਸਰੇ ਦੀ ਮਾਤਾ ਦੇ ਉੱਤੇ ਮਾਤਾ ਵਾਲਾ ਨਿਸ਼ਚਾ ਨਹੀਂ ਹੈ, ਦੂਸਰੇ ਦੀ ਭੈਣ ਦੇ ਉੱਪਰ ਭੈਣ ਵਾਲਾ ਨਿਸ਼ਚਾ ਨਹੀਂ ਹੈ। ਉੱਤੋਂ ਪ੍ਰੀਤ ਹੈ ਦਿਖਾ ਰਿਹਾ, ਪਰ ਮਹਾਰਾਜ ਕਹਿੰਦੇ ਭਾਈ ਉਹ ਵਕਾਰੀ ਨਿਗਾਹ ਨਾਲ ਵੇਖਦਾ ਹੋਇਆ ਅੰਦਰ ਕਪਟ ਹੈ, ਉਸ ਦੇ ਛਲ ਹੈ। ਹਾਂ, ਮੌਕਾ ਨਹੀਂ ਬਣਦਾ ਉਹ ਛਲ ਦਾ, ਪਰ ਅੰਦਰ ਛਲ ਹੈ, ਅੰਦਰ ਧੋਖਾ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਅੰਦਰ ਛਲ ਹੋਣੇ ਕਰਕੇ ਉਹ ਆਪ ਖਪਦਾ ਏ ਤੇ ਦੂਸਰਿਆਂ ਨੂੰ ਵੀ, ਜਿਹੜੇ ਉਹਦੇ ਸੰਗੀ ਸਾਥੀ ਹੁੰਦੇ ਆ, ਉਹਨਾਂ ਨੂੰ ਵੀ ਸਭ ਨੂੰ ਇਹ ਧੋਖੇਬਾਜ਼ੀ ਦੇ ਅੰਦਰ, ਕਪਟ ਦੇ ਅੰਦਰ ਹੀ ਮਹਾਰਾਜ ਕਹਿੰਦੇ ਭਾਈ ਦੁਖੀ ਕਰਦਾ ਰਹਿੰਦਾ ਹੈ, ਉਹਨਾਂ ਨੂੰ ਵੀ ਖਪਾਉਂਦਾ ਹੈ। ਸਤਿਗੁਰ ਕਾ ਭਾਣਾ ਚਿਤ ਨਾ ਆਵੈ। ਸਤਿਗੁਰੂ ਜੀ ਦਾ ਭਾਣਾ, ਮਹਾਰਾਜ ਦੀ ਰਜਾ, ਉਸ ਨੂੰ ਚਿੱਤ ਵਿੱਚ ਖਿਆਲ ਹੀ ਨਹੀਂ ਆਉਂਦਾ ਕਦੇ ਕਿ ਮਹਾਰਾਜ ਦਾ ਭਾਣਾ ਮਿੱਠਾ ਕਰਕੇ ਮੰਨੀਏ। ਉਹ ਸੋਚਦਾ ਕਿ ਮੈਂ ਆਪਣੀ ਮਰਜ਼ੀ ਨਾਲ ਜੋ ਚਾਹਾਂ ਕਰ ਸਕਦਾ ਹਾਂ ਤੇ ਮੈਂ ਕਰ ਰਿਹਾ ਹਾਂ। ਇਸ ਮਨ ਦੀ ਮਰਜ਼ੀ ਨਾਲ ਕੀਤੇ ਹੋਏ ਕਰਮ ਨੂੰ ਹੀ ਮੌਜਾਂ ਕਰਨੀਆਂ ਸਮਝਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਮੌਜਾਂ ਨਹੀਂ ਹੈ, ਤੂੰ ਕਰਮਾਂ ਦਾ ਵੱਜ ਜਾਵੇਂਗਾ ਤੇ ਇਹ ਵੱਜਿਆ ਛੁੱਟ ਨਹੀਂ ਸਕੇਗਾ। ਤੋ ਸਤਿਗੁਰੂ ਜੀ ਕਹਿੰਦੇ ਹਨ, ਇਹ ਪੰਕਤੀ ਫਿਰ ਪੜ੍ਹ ਦਿਓ। ਸਤਿਗੁਰ ਕਾ ਭਾਣਾ ਚਿਤ ਨਾ ਆਵੈ। ਚਿੱਤ ਵਿੱਚ ਸਤਿਗੁਰੂ ਜੀ ਦੀ ਰਜਾ ਨੂੰ ਚੇਤੇ ਹੀ ਨਹੀਂ ਕਰਦਾ, ਭਾਣਾ ਮਿੱਠਾ ਕਰਕੇ ਮੰਨਣ ਦਾ ਕਦੇ ਖਿਆਲ ਹੀ ਨਹੀਂ ਪੈਦਾ ਹੁੰਦਾ ਕਿ ਵਾਹਿਗੁਰੂ ਦੀ ਰਜਾ ਵਿੱਚ ਚੱਲਿਆ ਕਰੀਏ। ਆਪਣਾ ਸਵਾਏ ਫਿਰਾਹੀ। ਉਹ ਆਪਣੇ ਸਵਾਏ ਪ੍ਰਯੋਜਨ ਵਾਸਤੇ ਤੁਰੇ ਫਿਰਦੇ ਰਹਿੰਦੇ ਆ, ਆਪਣੇ ਮਤਲਬ ਵਾਸਤੇ ਉਹ ਸਾਧ ਸੰਗਤ ਜੀ ਕਿਤੇ ਜਾਂਦੇ ਆ ਜਾਂ ਕਿਤੇ ਕਿਸੇ ਨਾਲ ਕੋਈ ਸੰਬੰਧ ਕਰਦੇ ਆ ਤੇ ਆਪਣੇ ਮਤਲਬ ਵਾਸਤੇ, ਆਪਣਾ ਪ੍ਰਯੋਜਨ ਹੁੰਦਾ ਹੈ, ਸਵੈ ਪ੍ਰਯੋਜਨ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਕਰਦੇ। ਐਸੇ ਮਨੁੱਖ ਨੂੰ ਕੋਈ ਕਹੇ ਕਿ ਚੱਲ ਗੁਰੂ ਘਰ ਯਾਤਰਾ ਕਰ ਆਈਏ, ਦਰਸ਼ਨ ਕਰਨ ਚੱਲੀਏ, ਉਹ ਪੁੱਛਦਾ ਕਿ ਉੱਥੇ ਕੀ ਮਿਲੇਗਾ, ਕੀ ਲਾਭ ਹੈ ਉੱਥੇ ਜਾਣ ਦਾ। ਤੇ ਜੇ ਕਹਿ ਦੇਵੇ ਕਿ ਉੱਥੇ ਬੜੀ ਮਾਇਆ ਮਿਲਣੀ ਹੈ, ਉੱਥੇ ਪਦਾਰਥ ਬੜੇ ਮਿਲਦੇ ਆ, ਉਹਦਾ ਪ੍ਰਯੋਜਨ ਸਿੱਧ ਹੁੰਦਾ ਕਿ ਚੱਲ ਫਿਰ ਚੱਲੀਏ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਮਤਲਬ ਵਾਸਤੇ ਹੀ, ਐਸੇ ਪੁਰਖ ਕਈ ਵਾਰੀ ਮਤਲਬ ਵਾਸਤੇ ਹੀ ਸੰਗਤ ਵਿੱਚ ਆਏ ਹੁੰਦੇ, ਕਿਉਂਕਿ ਉਹਨਾਂ ਦਾ ਕੋਈ ਕੰਮਕਾਰ ਹੁੰਦਾ, ਸੰਗਤ ਨਹੀਂ ਕਰਦੇ ਅੰਦਰੋਂ ਦਿਲੋਂ ਪਿਆਰ ਨਾਲ, ਸ਼ਬਦ ਨਾਲ ਨਹੀਂ ਜੁੜਦੇ, ਪਰ ਆ ਜਾਂਦੇ ਆ। ਪਰ ਮਹਾਰਾਜ ਕਹਿੰਦੇ ਭਾਈ ਉਹਨਾਂ ਚਿੱਤ ਉਦਾਸ, ਇੱਥੇ ਉਹਨਾਂ ਦਾ ਚਿੱਤ ਉਦਾਸ ਰਹਿੰਦਾ ਕਿਉਂਕਿ ਉਹ ਆਪਣੇ ਪ੍ਰਯੋਜਨ ਵਾਸਤੇ ਆਏ ਹੋਏ ਆ, ਉਹ ਮਤਲਬ ਵਾਸਤੇ। ਮਹਾਰਾਜ ਜੀ ਕਹਿੰਦੇ ਭਾਈ ਆਪਣੇ ਸਵਾਏ ਸਵਾਰਥ ਵਾਸਤੇ ਤੁਰੇ ਫਿਰਦੇ ਆ। ਕਿਰਪਾ ਕਰੇ ਜੇ ਆਪਣੀ। ਜੇ ਮੇਰੇ ਸਤਿਗੁਰੂ ਜੀ ਆਪਣੀ ਕਿਰਪਾ ਮਿਹਰ ਕਰਕੇ ਕਰ ਦੇਣ ਤਾਂ ਨਾਨਕ ਸ਼ਬਦ ਸਮਾਹੀ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕਹਿੰਦੇ ਆ ਉਹ ਵੀ ਸ਼ਬਦ ਵਿੱਚ ਸਮਾ ਸਕਦਾ ਹੈ ਜੇ ਮੇਰੇ ਸਤਿਗੁਰੂ ਕਿਰਪਾ ਕਰ ਦੇਣ। ਸਾਧ ਸੰਗਤ ਜੀ, ਇਹ ਸਤਿਗੁਰਾਂ ਦਾ ਸਜਿਆ ਹੋਇਆ ਦਰਬਾਰ ਜਦੋਂ ਹਜੂਰ ਸਰਗੁਣ ਰੂਪ ਕਰਕੇ ਮਹਾਰਾਜ ਜੀ ਤਖਤ ਤੇ ਸਜਿਆ ਕਰਦੇ, ਸਤਿਗੁਰੂ ਜੀ ਦੇ ਦਰਬਾਰ ਵਿੱਚ ਜਦੋਂ ਕੋਈ ਪ੍ਰਾਣੀ ਆਉਂਦਾ, ਜਦੋਂ ਮਹਾਰਾਜ ਇੱਥੇ ਪਵਿੱਤਰ ਸਰੋਵਰ ਦੀ ਕਾਰ ਕਰਾਈ ਹੈ ਨਾ, ਬੜੇ ਬੜੇ ਵਪਾਰੀ ਆਏ ਇੱਥੇ, ਬੜੇ ਬੜੇ ਇਹੋ ਜਿਹੇ ਆਏ ਜਿਹੜੇ ਮਿਹਨਤ ਮਸ਼ੱਕਤ ਕਰਨ ਲਈ ਆਏ ਗੁਰੂ ਘਰੋਂ, ਉਹਨਾਂ ਨੂੰ ਮਜ਼ਦੂਰੀ ਮਿਲਦੀ ਸੀ,
ਪਰ ਕਈ ਇਹੋ ਜਿਹੇ ਆਏ ਤਾਂ ਵਪਾਰ ਕਰਨ, ਪਰ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਨਿਹਾਲ ਹੋ ਗਏ। ਸਾਰੀ ਆਪਣੀ ਰਸਤ ਵੀ ਸੰਗਤ ਦੇ ਵਿੱਚ ਹੀ ਲੰਗਰ ਚ ਲਾਤੀ। ਮਹਾਰਾਜ ਜੀ ਕਹਿੰਦੇ ਭਾਈ ਸਿੱਖਾ ਮਾਇਆ ਲੈ ਲੈ, ਸਤਿਗੁਰੂ ਮਾਇਆ ਨਹੀਂ ਲੈਣੀ, ਪ੍ਰਲੋਕ ਚ ਜਮਾਂ ਦੀ ਮਾਰ ਤੋਂ ਛਡਾ ਲਿਓ। ਸੋਝੀ ਆ ਗਈ। ਸਤਿਗੁਰੂ ਜੀ ਜਿਹਦੇ ਤੇ ਕਿਰਪਾ ਕਰਦੇ ਆ ਨਾ, ਮਹਾਰਾਜ ਉਹਨੂੰ ਸ਼ਬਦ ਦਾ ਰਸ ਦੇ ਦਿੰਦੇ ਆ। ਆਈਏ ਤਾਂ ਭਾਵੇਂ ਸੰਗਤ ਵਿੱਚ ਕਿਸੇ ਸਵੈ ਪ੍ਰਯੋਜਨ ਨੂੰ ਹੀ, ਆਪਣੇ ਮਤਲਬ ਵਾਸਤੇ ਹੀ ਆਈਏ, ਪਰ ਸਤਿਗੁਰੂ ਜੀ ਦੇ ਕੋਲੋਂ ਹੱਥ ਜੋੜ ਕੇ ਕਿਰਪਾ ਮੰਗੀਏ। ਮਹਾਰਾਜ ਮੇਰੇ ਤੇ ਰਹਿਮਤ ਕਰੋ, ਮੈਂ ਲਾਲਚੀ ਹਾਂ, ਸੱਚੇ ਪਾਤਸ਼ਾਹ ਆਪਣੇ ਮਤਲਬ ਕਰਕੇ ਹੀ ਤੁਰਿਆ ਫਿਰਦਾ ਹਾਂ, ਪਰ ਤੁਹਾਡੀ ਸੰਗਤ 'ਚ ਆਇਆ ਗਰੀਬ ਨਵਾਜ, ਮੇਰੇ ਤੇ ਕਿਰਪਾ ਕਰੋ, ਮੈਨੂੰ ਸ਼ਬਦ ਦਾ ਆਨੰਦ ਆਵੇ, ਸ਼ਬਦ ਦਾ ਰਸ ਆਵੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ, ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੀ ਕਿਰਪਾ ਕਰਦੇ ਆ ਨਾ, ਫਿਰ ਉਹ ਸ਼ਬਦ ਵਿੱਚ ਸਮਾ ਜਾਂਦਾ ਪ੍ਰਾਣੀ। ਹਜੂਰ ਦੇ ਕੋਲ ਤਾਂ ਬੜੇ ਬੜੇ ਵੈਸ਼ਨਵ ਆਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜੂਰ ਦਾ ਇੱਕ ਪ੍ਰੇਮੀ ਸੀਗਾ, ਉਹ ਗੰਗਾ ਇਸ਼ਨਾਨ ਨੂੰ ਜਾ ਰਿਹਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਇਆ, ਉਪਮਾ ਸੁਣ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬੜਾ ਚਿੱਤ ਨਿਹਾਲ ਹੋਇਆ। ਸਤਿਗੁਰੂ ਜੀ ਕਹਿੰਦੇ ਨੇ, ਪੰਡਤ ਜੀ ਕਿੱਥੇ ਚੱਲੇ ਹੋ? ਮਹਾਰਾਜ ਮੈਂ ਗੰਗਾ ਇਸ਼ਨਾਨ ਚੱਲਿਆ ਹਾਂ। ਸਤਿਗੁਰੂ ਜੀ ਕਹਿੰਦੇ, ਸੰਗਤ 'ਚ ਹੀ ਗੰਗਾ ਵਗਦੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ। ਫਿਰ ਉਹਨਾਂ ਨੇ ਕਿਹਾ, ਮਹਾਰਾਜ ਮੇਰਾ ਨਿਯਮ ਹੈ, ਮੈਂ ਜਾਣਾ ਹੈ। ਸਤਿਗੁਰੂ ਜੀ ਕਹਿੰਦੇ, ਅੱਛਾ ਜਿਵੇਂ ਤੁਹਾਡੀ ਮਰਜ਼ੀ ਹੈ, ਫਿਰ ਐਂ ਕਰਿਓ ਸਾਡੇ ਵਾਸਤੇ ਤੁਸੀਂ ਗੰਗਾ ਜਲ ਹੀ ਲੈ ਆਇਓ। ਲੋਟਾ ਦੇਤਾ ਹਜੂਰ ਨੇ ਕੋਲੋਂ ਵੀ ਲੈਂਦੇ ਆਇਓ। ਅੱਛਾ ਮਹਾਰਾਜ ਜ਼ਰੂਰ ਲਿਆਵਾਂਗੇ। ਉਹ ਜਦੋਂ ਗੰਗਾ ਵਿੱਚ ਆਪ ਇਸ਼ਨਾਨ ਕਰ ਲਿਆ, ਚੇਤਾ ਆਇਆ ਕਿ ਮਹਾਰਾਜ ਲੋਟਾ ਦਿੱਤਾ ਸੀ, ਲੋਟਾ ਭਰ ਲੈ ਚੱਲੀਏ। ਜਦੋਂ ਲੋਟਾ ਡੁਬਕੀ ਲਵਾਈ ਨਾ ਲੋਟੇ ਨੂੰ, ਤੇ ਉਹ ਹੱਥੋਂ ਹੀ ਛੁਟਕ ਗਿਆ, ਉਹ ਗੰਗਾ 'ਚ ਹੀ ਵਹਿ ਗਿਆ। ਪੰਡਤ ਦੇ ਮਨ ਵਿੱਚ ਬੜਾ ਸ਼ੰਕਾ ਆਇਆ ਕਿ ਹੁਣ ਮਹਾਰਾਜ ਦਿੱਤਾ ਸੀ ਲੋਟਾ, ਤੇ ਮਨਾ ਜਲ ਕੀ ਲੈ ਕੇ ਜਾਣਾ, ਲੋਟਾ ਹੀ ਗਵਾਚ ਗਿਆ। ਫਿਰ ਸਤਿਗੁਰਾਂ ਦੇ ਹਜੂਰ ਆਏ। ਮਹਾਰਾਜ ਜੀ ਨੇ ਕਿਹਾ ਕਿ ਪੰਡਤ ਜੀ ਸਾਡਾ ਤੁਸੀਂ ਜਲ ਲਿਆਂਦਾ ਆਖਿਆ ਸੀਗਾ ਨਾ? ਮਹਾਰਾਜ ਭੁੱਲ ਹੋ ਗਈ ਸੱਚੇ ਪਾਤਸ਼ਾਹ, ਉਹ ਤਾਂ ਲੋਟਾ ਵਿੱਚ ਹੀ ਛੁਟਕ ਗਿਆ ਮਹਾਰਾਜ, ਲੋਟਾ ਵੀ ਗਵਾ ਆਏ ਆ। ਸਤਿਗੁਰੂ ਜੀ ਕਹਿੰਦੇ, ਅੱਛਾ ਕੋਈ ਨਾ, ਤੁਸੀਂ ਇਸ਼ਨਾਨ ਪਾਣੀ ਕਰ ਲਓ, ਲੰਗਰ ਛਕੋ। ਜਦੋਂ ਪੰਡਤ ਜੀ ਨੇ ਬੌਲੀ ਸਾਹਿਬ ਵਿੱਚ ਟੁੱਬੀ ਮਾਰੀ ਨਾ, ਤਾਂ ਸਾਧ ਸੰਗਤ ਜੀ ਉਹ ਗੰਗਾ ਵਿੱਚ ਛੁਟਕਿਆ ਲੋਟਾ ਬਾਹਰ ਆ ਗਿਆ। ਸੱਚੇ ਪਾਤਸ਼ਾਹ ਦੇ ਹਜੂਰ ਲੈ ਕੇ ਆਏ, ਬੜੇ ਹੈਰਾਨ ਹੋਏ, ਮਹਾਰਾਜ ਤੇ ਗੰਗਾ ਵਿੱਚ ਗਵਾਚਿਆ ਸੀ। ਸਤਿਗੁਰੂ ਜੀ ਕਹਿੰਦੇ, ਸਾਡੀ ਬੌਲੀ ਸਾਹਿਬ ਜੋ ਤੀਰਥ ਹੈ, ਇੱਥੇ ਸਾਰੇ ਹੀ ਤੀਰਥਵਾਸ ਕਰਦੇ ਆ ਪੰਡਤ ਜੀ। ਜਿੱਥੇ ਨਾਮ ਹੈ ਨਾ, ਉੱਥੇ ਸਾਰੇ ਹੀ ਤੀਰਥਵਾਸ ਕਰਦੇ। ਜਿੱਥੇ ਸਤਿਗੁਰੂ ਹਨ, ਉੱਥੇ ਸਾਰੇ ਹੀ ਤੀਰਥਵਾਸ ਕਰਦੇ। ਪੰਡਤ ਨੇ ਸਤਿਗੁਰਾਂ ਜੀ ਦੀ ਸਿੱਖੀ ਧਾਰਨ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਸੰਗਤ ਵਿੱਚ ਜੁੜ ਕਰਕੇ ਆਪਣਾ ਜਨਮ ਸਫਲਾ ਕੀਤਾ। ਸਾਧ ਸੰਗਤ ਜੀ, ਜਦੋਂ ਸਤਿਗੁਰੂ ਕਿਰਪਾ ਕਰਦੇ ਹੈ, ਤੇ ਫਿਰ ਪ੍ਰਾਣੀ ਮਾਤਰ ਦਾ ਮਨ ਸ਼ਬਦ ਵਿੱਚ ਟਿਕ ਜਾਂਦਾ ਹੈ। ਇਹ ਦੇਹਾਂ ਤੋਂ ਉਹਦਾ ਮਨ ਹਟ ਜਾਂਦਾ ਹੈ। ਅੱਖਾਂ ਵੀ ਦੇਹਾਂ ਨਹੀਂ ਵੇਖਦੀਆਂ, ਪਦਾਰਥ ਨਹੀਂ ਵੇਖਦੀਆਂ, ਸੰਸਾਰ ਨਹੀਂ ਵੇਖਦੀਆਂ, ਵਾਹਿਗੁਰੂ ਨੂੰ ਵੇਖਣ ਲੱਗ ਪੈਂਦੀਆਂ। ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ ਤੇ ਮਤ ਉੱਤਮ ਹੋ ਜਾਂਦੀ ਹੈ। ਉਹ ਪ੍ਰਾਣੀ ਸ਼ਬਦ ਵਿੱਚ ਸਮਾ ਜਾਂਦਾ ਏ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਸਤਿਗੁਰੂ ਜੀ ਮਹੱਲੇ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹੈ, ਜੋ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਦਾ ਚੌਥਾ ਸਰੂਪ ਹਨ ਸਤਿਗੁਰੂ ਜੀ। ਮਨ ਮੁਖ ਮਾਇਆ ਮੋਹ ਵਿਆਪੇ। ਮਹਾਰਾਜ ਜੀ ਫਿਰ ਮਨਮੁਖ ਦੀ ਹਾਲਤ ਦੱਸਦੇ ਹੈ ਕਿ ਮਨਮੁਖ ਨੂੰ ਮਾਇਆ ਦਾ ਮੋਹ ਵਿਆਪਦਾ, ਕੀ ਇਹ ਚਿੰਬੜਦਾ ਬਾਰ-ਬਾਰ, ਸੁਣ ਲੈਂਦਾ ਫਿਰ ਡੋਲ ਜਾਂਦਾ ਕਿ ਮਾਇਆ ਤੋਂ ਬਿਨਾਂ ਕਿਵੇਂ ਕੰਮ ਚੱਲੇਗਾ। ਮਹਾਰਾਜ ਕਹਿੰਦੇ, ਉਹਨੂੰ ਖਿੰਨ ਖਿੰਨ ਕਾਲ ਮਾਇਆ ਵਿਆਪਦੀ ਹੈ, ਚਿੰਬੜਦੀ ਹੈ, ਪਦਾਰਥ ਖਿੱਚਦੇ ਹੈ ਕਿ ਕਿਵੇਂ ਇਹਨਾਂ ਤੋਂ ਬਿਨਾਂ ਸਰੇਗਾ, ਨਹੀਂ ਸਰ ਸਕਦਾ। ਮਨਮੁਖ ਦਾ ਸੁਭਾਅ ਹੁੰਦਾ ਸਾਧ ਸੰਗਤ ਜੀ, ਜਿਹੜਾ ਉਹਦੀ ਗੱਲ ਨਾ ਮੰਨੇ, ਉਹਨੂੰ ਮਨਾਉਣ ਵਿੱਚ ਜਿੱਦ ਕਰਦਾ ਹੈ। ਦੁਖੀ ਨੂੰ ਵੇਖ ਕੇ ਸੁਖੀ ਹੁੰਦਾ ਹੈ, ਸੁਖੀ ਨੂੰ ਵੇਖ ਕੇ ਦੁਖੀ ਹੁੰਦਾ ਹੈ, ਤੇ ਆਪਣੇ ਮਨ ਦੀ ਗੱਲ ਕਰਨਾ ਚਾਹੁੰਦਾ ਹੈ। ਇਹ ਮਨਮੁਖ ਦੇ ਲੱਛਣ ਹੈ।
ਮਹਾਰਾਜ ਜੀ ਕਹਿੰਦੇ ਉਹਨੂੰ ਸਦਾ ਹੀ ਮਾਇਆ ਚਿੰਬੜੀ ਰਹਿੰਦੀ ਆ। ਦੂਜੈ ਭਾਏ ਮਨੁਆ ਥਿਰ ਨਾਹੇ। ਦੂਜੇ ਭਾਵ ਵਿੱਚ ਮਨ ਟਿਕਦਾ ਨਹੀਂ ਹੈ। ਦੂਜਾ ਭਾਵ ਕੀ ਹੈ? ਇਹ ਜ਼ਬਾਨ ਦੇ ਰਸ, ਇਹ ਸਾਧ ਸੰਗਤ ਜੀ ਅੱਖਾਂ ਦਾ ਵੇਖਣਾ, ਕੰਨਾਂ ਦਾ ਸੁਣਨਾ, ਜਿਹੜਾ ਚੁਗਲੀ ਸੁਣ ਕੇ ਖੁਸ਼ ਹੋਣਾ, ਇਹ ਦੂਜਾ ਰਸ ਵੈ। ਜਿਹੜਾ ਰੂਪ ਵੇਖ ਕੇ ਅੱਖਾਂ ਨੇ, ਮਨ ਨੇ ਤ੍ਰਿਪਤੀ ਸਮਝਣੀ, ਇਹ ਦੂਜਾ ਰਸ ਵੈ। ਸੰਸਾਰ ਦੇ ਜਿੰਨੇ ਰਸ ਵੇ ਨੇ ਇਹ ਦੂਜੇ ਰਸ ਨੇ ਸਾਧ ਸੰਗਤ ਜੀ। ਜਿਨ੍ਹਾਂ ਨੂੰ ਦੂਜਾ ਭਾਵ ਹੈ ਨਾ ਸੰਸਾਰ ਦਾ, ਜਿਨ੍ਹਾਂ ਦੇ ਅੰਦਰ ਦੁਵੈਤ ਦੀ ਪ੍ਰੀਤ ਹੈ, ਮਨ ਵਿੱਚ ਈਰਖਾ ਹੈ, ਦੂਜਿਆਂ ਨੂੰ ਪਰਾਏ ਕਰਕੇ ਵੇਖਦਾ ਹੈ, ਸਤਿਗੁਰੂ ਜੀ ਕਹਿੰਦੇ ਮਨ ਉਹਦਾ ਅਸਥਿਰ ਨਹੀਂ ਰਹਿ ਸਕਦਾ, ਉਹਦਾ ਮਨ ਟਿਕ ਨਹੀਂ ਸਕਦਾ ਹੈ। ਕਿਉਂ ਨਹੀਂ ਟਿਕਦਾ? ਕਿਉਂਕਿ ਦੁਸ਼ਮਣ ਸਮਝਦਾ ਕਿਸੇ ਨੂੰ ਮਿੱਤਰ ਸਮਝਦਾ ਹੈ। ਤੇ ਮਾਇਆ ਮੋਹ ਰਹੀ ਹੈ ਪੁਨ੍ਹਾ ਪੁਨ੍ਹਾ ਬਾਰ-ਬਾਰ। ਮਾਇਆ ਵਿੱਚ ਮਨ ਵਿਆਪਿਆ ਹੋਇਆ ਹੈ, ਲੱਗਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਮਨ ਭਾਈ ਉਹਦਾ ਦੂਜੇ ਭਾਵ ਵਿੱਚ ਲੱਗਣੇ ਕਰਕੇ, ਸੰਸਾਰਕ ਰਸਾਂ ਵਿੱਚ ਲੱਗਣੇ ਕਰਕੇ ਸਥਿਰ ਨਹੀਂ ਰਹਿੰਦਾ, ਟਿਕਦਾ ਨਹੀਂ ਹੈ। ਆਨ ਦਿਨ ਜਲਤ ਰਹਿ ਦਿਨ ਰਾਤੀ। ਉਹ ਰਾਤ ਦਿਨ ਹੀ ਜਲਦਾ ਰਹਿੰਦਾ ਹੈ। ਕਦੇ ਕਾਮ ਦੀ ਅੱਗ ਵਿੱਚ ਸੜਦਾ ਹੈ, ਕਦੇ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਕਦੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ। ਇਹ ਅੱਗਾਂ ਹੀ ਸਾੜਦੀਆਂ ਉਹਨੂੰ। ਤੇ ਉਹ ਕਿਤੇ 1-2 ਮਿੰਟ ਨਹੀਂ, ਮਹਾਰਾਜ ਕਹਿੰਦੇ ਹਰ ਰੋਜ਼ ਰਾਤ ਦਿਨ ਉਹ ਸੜਦਾ ਹੀ ਰਹਿੰਦਾ ਹੈ ਵਿਕਾਰਾਂ ਦੀ ਅਗਨੀ ਦੇ ਅੰਦਰ। ਹਉਮੈ ਖਪਹਿ ਖਪਾਹੇ। ਹਉਮੈ ਵਿੱਚ ਆਪ ਖਪਦਾ ਹੈ, ਦੁਖੀ ਹੁੰਦਾ ਹੈ, ਤੇ ਜਿਹੜਾ ਕੋਈ ਉਹਦਾ ਸਾਥੀ ਉਹਨੂੰ ਖਪਾਉਂਦਾ ਉਹਨੂੰ ਵੀ ਦੁਖੀ ਕਰਦਾ ਹੈ। ਹੰਕਾਰੀ ਮਨੁੱਖ ਦਾ ਸੰਗ ਕਰਨ ਵਾਲਾ ਕਦੇ ਸੁਖੀ ਨਹੀਂ ਹੋ ਸਕਦਾ। ਉਹ ਪੁਨः ਗੱਲਾਂ ਬਾਤਾਂ 'ਚ ਡੰਗ ਮਾਰਦਾ ਹੀ ਰਹਿੰਦਾ ਕਿ ਤੂੰ ਮੇਰੀ ਪ੍ਰਭਤਾ ਨਹੀਂ ਸਮਝ ਰਿਹਾ ਤਾਂ ਮੈਂ ਤੈਨੂੰ ਸਮਝਾ ਦਿੰਦਾ, ਜੋ ਮੈਂ ਹਾਂ ਉਹ ਮੈਂ ਹੀ ਹਾਂ। ਇਹੀ ਹੰਕਾਰੀ ਦਾ ਹੁੰਦਾ। ਤੇ ਅੱਜ ਵੇਖੀਏ ਸੰਸਾਰ ਵਿੱਚ ਬਹੁਤਾਤ ਲੋਕ ਗੱਲਾਂ ਬਾਤਾਂ ਦੇ ਅੰਦਰ ਹੀ ਆਪਣੀ ਦੇਹ ਦੀ ਵਡਿਆਈ ਆਪ ਹੀ ਕਰਦੇ ਆ, ਆਪਣੇ ਪਰਿਵਾਰ ਦੀ ਵਡਿਆਈ ਆਪ ਹੀ ਕਰਦੇ ਆ। ਇਹ ਹੰਕਾਰ ਦੀ ਨਿਸ਼ਾਨੀ ਹੈ। ਗੁਰਮੁਖਾਂ ਦੇ ਬੋਲ ਐਸੇ ਨਹੀਂ ਹੁੰਦੇ। ਉਹ ਤਾਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਮੰਨ ਲੈਂਦੇ ਆ, ਸਭ ਦੇ ਚਰਨਾਂ ਦੀ ਧੂੜ ਬਣ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਹੰਕਾਰ ਕਰਕੇ ਮਨਮੁਖ ਆਪ ਦੁਖੀ ਹੁੰਦਾ, ਖਪਦਾ ਏ, ਤੇ ਹੋਰਨਾਂ ਨੂੰ ਜਿਹੜੇ ਉਹਦੇ ਸੰਗੀ ਉਹਨਾਂ ਨੂੰ ਖਪਾਉਂਦਾ, ਦੁਖੀ ਕਰਦਾ ਏ। ਅੰਤਰ ਲੋਭ ਮਹਾ ਗੁਬਾਰਾ। ਅੰਦਰ ਲਾਲਚ ਵੈ ਪਦਾਰਥਾਂ ਦੇ ਜੋੜਨ ਦਾ। ਅੰਦਰ ਸਾਧ ਸੰਗਤ ਜੀ ਲੋਭ ਹੈ ਉਹਦੇ ਖਾਣ ਦਾ। ਖਾਣ ਲੱਗਿਆਂ ਵੀ ਕਈ ਇੰਨਾ ਹੀ ਲੋਭ ਕਰਦੇ ਐ ਸਾਧ ਸੰਗਤ ਜੀ, ਜ਼ੁਬਾਨ ਤਾਂ ਰਸ ਦਈ ਜਾਂਦੀ ਹੈ ਪਰ ਪੇਟ ਭਰ ਜਾਂਦਾ ਹੈ। ਫਿਰ ਉਹ ਕਈ ਵਾਰੀ ਕਹਿੰਦੇ ਆ ਕਿ ਜਦੋਂ ਅੱਜ ਕੱਲ੍ਹ ਪੂੜਿਆਂ ਦੀ ਬਹਾਰ ਹੈ, ਬਰਸਾਤ ਹੈ, ਪਾਵਸ ਰਿਤੂ ਚੱਲਦੀ ਪਈ ਹੈ, ਕਹਿੰਦੇ ਮਹਾਰਾਜ ਇੱਕ ਪੂੜਾ ਹੋਰ ਛਕ ਲਓ। ਕਹਿੰਦਾ ਜੇ ਪੂੜੇ ਜੋਗੀ ਜਿਹੜੀ ਹੈ ਉਹ ਪੂੜੇ ਛਕ ਲਏ ਸੀ ਤੇ ਕਹਿੰਦੇ ਜੀ ਇੱਕ ਗੋਲੀ ਖਾ ਲਓ ਹੋਰ ਤੇ ਗੋਲੀ ਨਾਲ ਤੁਸੀਂ ਠੀਕ ਹੋ ਜਾਓਗੇ। ਕਹਿੰਦੇ ਜੇ ਗੋਲੀ ਜੋਗੀ ਥਾਂ ਹੁੰਦੀ ਤੇ ਮੈਂ ਪੂੜਾ ਨਾ ਹੋਰ ਖਾਂਦਾ। ਇੰਨਾ ਰੱਜ ਕੇ ਖਾ ਲੈਣਾ ਕਿ ਗੋਲੀ ਜੋਗੀ ਥਾਂ ਵੀ ਨਾ ਅੰਦਰ ਰਹਿਣੀ। ਤੇ ਮਹਾਰਾਜ ਜੀ ਕਹਿੰਦੇ ਭਾਈ ਇਹ ਲੋਭ ਹੈ ਖਾਣ ਦਾ, ਲੋਭ ਹੈ ਪਦਾਰਥਾਂ ਦੇ ਜੋੜਨ ਦਾ, ਜਿਸ ਕਰਕੇ ਮਹਾਰਾਜ ਕਹਿੰਦੇ ਅੰਦਰ ਮਹਾਂ ਗੁਬਾਰਾ, ਮਹਾਂ ਗੁਬਾਰ ਜਿਹਦੇ ਵਿੱਚ ਕੁਝ ਵੀ ਨਹੀਂ ਸੁੱਝਦਾ ਹੈ। ਇਹ ਅਗਿਆਨਤਾ ਦਾ ਭਾਰੀ ਮਹਾਰਾਜ ਕਹਿੰਦੇ ਹਨੇਰਾ ਵਿਆਪਦਾ ਏ। ਤਿਨ ਕੈ ਨਿਕਟ ਨਾ ਕੋਈ ਜਾਹੇ। ਜਿਹੜੇ ਗੁਰਮੁਖ ਹੈ ਨਾ, ਕੋਈ ਵੀ ਗੁਰਮੁਖ ਉਹਦੇ ਨੇੜੇ ਨਹੀਂ ਜਾਣਾ ਪਸੰਦ ਕਰਦਾ ਕਿ ਇਹਦੇ ਲਾਗੇ ਜਾ ਕੇ ਆਪਾਂ ਕੀ ਕਰਨਾ ਹੈ। ਇਹਨੇ ਤਾਂ ਹਉਮੈ ਦਾ ਡੰਗ ਮਾਰਨਾ, ਜਾਂ ਕੋਈ ਮਾਇਆ ਦੀ ਉਸਤਤ ਕਰਨੀ ਹੈ, ਕੋਈ ਵਿਸ਼ਿਆਂ ਦੀ ਗੱਲ ਹੀ ਕਰਨੀ ਹੈ। ਹਜੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਐ ਗੁਰਮੁਖ ਭਾਈ ਕੋਈ ਵੀ ਇਹੋ ਜਿਹੇ ਮਨੁੱਖ ਦੇ ਲਾਗੇ ਨਹੀਂ ਜਾਣਾ ਪਸੰਦ ਕਰਦੇ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵੈ। ਉਹ ਆਪ ਦੁਖੀ ਹੁੰਦੇ ਐ,
ਸਦਾ ਹੀ ਸੁਖ ਕਬਹੂ ਨਾ ਪਾਵੈ। ਖਿਆਲ ਮਾਤਰ ਵੀ, ਸੁਪਨੇ ਮਾਤਰ ਵੀ ਸੁੱਖ ਨਹੀਂ ਉਹਨਾਂ ਨੂੰ ਸਾਧ ਸੰਗਤ ਜੀ ਮਿਲਦਾ। ਪ੍ਰਤੱਖ ਤਾਂ ਉਹਨਾਂ ਨੇ ਸੁੱਖ ਮੰਨਣਾ ਹੀ ਕੀ ਹੈ। ਮਹਾਰਾਜ ਕਹਿੰਦੇ ਥੋੜਾ ਮਾਤਰ ਵੀ ਉਹਨਾਂ ਨੂੰ ਕਦੇ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਹੈ। ਜਨਮ ਮਰਹਿ ਮਰ ਜਾਹੇ। ਉਹ ਜਨਮਦੇ ਐ, ਵਾਸ਼ਨਾ ਦੇ ਸਾਧ ਸੰਗਤ ਜੀ ਜਮਾਏ ਹੋਏ ਜੰਮਦੇ ਐ ਤੇ ਮੌਤ ਦੇ ਮਾਰੇ ਮਰ ਜਾਂਦੇ ਐ। ਵਾਸ਼ਨਾ ਹੀ ਜਨਮ ਦੇਈ ਜਾਂਦੀ ਹੈ। ਜਿਹੋ ਜੀ ਵਾਸ਼ਨਾ ਉਹੋ ਜੀ ਜੂਨ ਵਿੱਚ ਚਲੇ ਜਾਂਦੇ ਐ। ਜੂਨਾਂ ਬਾਰ-ਬਾਰ ਮਿਲਦੀਆਂ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਵਾਸ਼ਨਾ ਸਰੀਰ ਦਿੰਦੀ ਹੈ। ਮਹਾਰਾਜ ਜੀ ਕਹਿੰਦੇ ਐ ਅੰਤ ਕਾਲ ਜੇ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਾਲ ਵਾਲੇ ਆਉਤਰੈ। ਸੱਪ ਦੀ ਜੂਨ ਵਿੱਚ ਬਾਰ-ਬਾਰ ਆਵੇਗਾ। ਵਾਸ਼ਨਾ ਜਨਮ ਦਿੰਦੀ ਹੈ। ਇਹਦੇ ਵਿੱਚ ਭਗਤ ਤਰਲੋਚਨ ਜੀ ਨੇ ਸਾਰੀਆਂ ਵਾਸ਼ਨਾਵਾਂ ਦਾ ਜ਼ਿਕਰ ਕਰਕੇ ਦੱਸਿਆ ਕਿ ਕਿੱਧਰ ਕਿੱਧਰ ਨੂੰ ਜੀਵ ਜਾਂਦਾ ਹੈ। ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸੂਕਰ ਜੋਨ ਵਾਲ ਵਾਲੇ ਆਉਤਰੈ। ਸੂਰ ਦੇ ਬੱਚੇ ਬੜੇ ਹੁੰਦੇ, ਸੂਰੀਆਂ ਦੇ ਪੁੱਤਰ ਕਰਦਾ ਇੱਛਾ ਕਿ ਪੁੱਤਰ ਹੋਵੇ ਚੜ੍ਹਾਈ ਕਰ ਜਾਵੇ। ਉਹਨੂੰ ਇਹ ਜੂਨ ਮਹਾਰਾਜ ਜੀ ਕਹਿੰਦੇ ਮਿਲਦੀ ਹੈ। ਅੰਤ ਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਵਾਲ ਵਾਲੇ ਆਉਤਰੈ। ਅੰਤ ਕਾਲ ਜੇ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਵੇਸਵਾ ਜੋਨ ਵਾਲ ਵਾਲੇ ਆਉਤਰੈ। ਤੇ ਫਿਰ ਭਗਤ ਜੀ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਭਗਤ ਤਰਲੋਚਨ ਜੀ ਕਹਿੰਦੇ ਉਹ ਮੁਕਤ ਹੋ ਜਾਂਦਾ ਪੁਰਖ ਮਰਨ ਲੱਗਿਆਂ ਜਿਹਦੇ ਮਨ ਵਿੱਚ ਇਹ ਚਿੰਤਾ ਖਿਆਲ ਆਵੇ ਕਿ ਮਨਾ ਬਹੁਤਾ ਨਾਮ ਜਪਣਾ ਚਾਹੀਦਾ ਸੀ, ਥੋੜਾ ਜਪਿਆ। ਵਾਹਿਗੁਰੂ ਦੇ ਨਾਮ ਦੇ ਜਪਣ ਦਾ ਖਿਆਲ ਹੋਵੇ ਤੇ ਅੰਤ ਵੇਲੇ ਆਪਣੇ ਮੁਖ ਤੋਂ ਆਖੇ ਸਤਨਾਮ ਸ਼੍ਰੀ ਵਾਹਿਗੁਰੂ। ਉਹਦੇ ਪ੍ਰਾਣ ਕਿਧਰੇ ਪੰਖੇਰੂ ਨਹੀਂ ਹੁੰਦੇ, ਵਾਹਿਗੁਰੂ ਦੇ ਦੇਸ਼ ਵਿੱਚ ਪਹੁੰਚਦੇ ਐ। ਸਤਿਗੁਰੂ ਜੀ ਕਹਿੰਦੇ ਭਾਈ ਐਸਾ ਮਨੁੱਖ ਜਿਹਦੇ ਅੰਦਰ ਅਗਿਆਨਤਾ ਦਾ ਗੁਬਾਰ ਹਨੇਰਾ ਹੈ, ਉਹ ਆਪ ਦੁਖੀ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਹੋਰਨਾਂ ਨੂੰ ਦੁਖੀ ਕਰਦਾ ਹੈ। ਹਜੂਰ ਕਹਿੰਦੇ ਜਨਮਦਾ ਹੈ ਵਾਸ਼ਨਾ ਦਾ ਮਾਰਿਆ ਹੋਇਆ ਤੇ ਮੌਤ ਦਾ ਮਾਰਿਆ ਮਰ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਜਨਮ ਮਰਹਿ ਮਰ ਜਾਹੀ, ਕਿਉਂਕਿ ਉਹ ਵਾਹਿਗੁਰੂ ਵੱਲੋਂ ਮਰ ਗਏ ਹੈ, ਪਰਮੇਸ਼ਰ ਦੇ ਨਾਮ ਵੱਲੋਂ ਮਰ ਗਏ ਹੈ। ਜਿਹੜਾ ਸਾਧ ਸੰਗਤ ਜੀ ਅਸੀਂ ਜਿਉਂਦੇ ਆ ਨਾ, ਜਿਹੜਾ ਮਹਾਰਾਜ ਨੇ ਇਹਨੂੰ ਜਿਉਣਾ ਨਹੀਂ ਕਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੀਵਨੰ ਹਰ ਨਾਮ ਧਿਆਵਣ। ਜਿਹੜਾ ਵਾਹਿਗੁਰੂ ਦਾ ਨਾਮ ਧਿਆਉਣਾ ਹੈ ਨਾ, ਮਰਣੰ ਬਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ। ਵਾਹਿਗੁਰੂ ਦਾ ਨਾਮ ਭੁੱਲਣਾ ਹੀ ਮੌਤ ਹੈ, ਮਰਨਾ ਹੈ। ਤੇ ਜ਼ਿੰਦਗੀ ਕੀ ਹੈ? ਵਾਹਿਗੁਰੂ ਦਾ ਨਾਮ ਜਪਣਾ। ਸਤਿਗੁਰੂ ਕਹਿੰਦੇ ਜਿਹੜੇ ਵਾਹਿਗੁਰੂ ਨਾਮ ਵੱਲੋਂ ਮਰੇ ਹੋਏ ਐ, ਵਾਸ਼ਨਾ ਦੇ ਵਿੱਚ ਉਹ ਜਨਮਦੇ ਤੇ ਮਰਦੇ ਰਹਿੰਦੇ ਆ। ਨਾਨਕ ਬਖਸ਼ ਲਏ ਪ੍ਰਭ ਸਾਚਾ। ਜੇ ਮੇਰਾ ਸੱਚਾ ਪ੍ਰਭੂ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਭਾਈ ਬਖਸ਼ ਲਵੇ। ਜੇ ਗੁਰ ਚਰਨੀ ਚਿਤ ਲਾਹੇ। ਮਹਾਰਾਜ ਜੀ ਵਾਹਿਗੁਰੂ ਜੀ ਬਖਸ਼ਿਸ਼ ਕਿਵੇਂ ਕਰਦੇ ਆ, ਗੁਨਾਹਾਂ ਨੂੰ ਕਿਵੇਂ ਬਖਸ਼ਦੇ ਆ? ਗੁਰੂ ਰਾਮਦਾਸ ਸਾਹਿਬ ਜੀ ਹਜੂਰ ਕਹਿੰਦੇ ਜੇ ਗੁਰ ਚਰਨੀ ਚਿਤ ਲਾਹੇ। ਜੇ ਗੁਰੂ ਸਾਹਿਬ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲਵੇ ਨਾ, ਤੇ ਵਾਹਿਗੁਰੂ ਜੀ ਸਭ ਗੁਨਾਹਾਂ ਨੂੰ ਬਖਸ਼ ਦਿੰਦੇ ਆ। ਕਿਉਂਕਿ ਵਾਹਿਗੁਰੂ ਦਾ ਸਰਗੁਣ ਰੂਪ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਆਪ ਨਿਰੰਕਾਰ ਨੇ ਆਪਣਾ ਸਰੂਪ ਬਣਾਉਣਾ ਕੀਤਾ ਹੈ। ਇਸ ਕਰਕੇ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗਦੇ ਐ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨੀ ਲੱਗਦੇ ਐ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਹਰੀ ਪ੍ਰਭੂ ਉਹਨਾਂ ਨੂੰ ਬਖਸ਼ ਲੈਂਦਾ ਏ। ਪੌੜੀ ਪੌੜੀ ਦੁਆਰਾ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਸ਼ਬਦ ਸੰਪੂਰਨ ਕਰਦੇ ਆ। ਸੰਤ ਭਗਤ ਪਰਵਾਨ। ਹਜੂਰ ਕਹਿੰਦੇ ਭਾਈ ਉਹ ਸੰਤ ਉਹ ਭਗਤ ਪਰਵਾਨ ਚੜ ਜਾਂਦਾ ਹੈ, ਸੁਰਖਰੂ ਹੋ ਜਾਂਦਾ ਹੈ। ਹੁਣ ਸਾਧ ਸੰਗਤ ਜੀ ਕਹਿਣ ਨੂੰ ਤਾਂ
ਕੋਈ ਵੀ ਕਹਿ ਸਕਦਾ ਕਿ ਮੈਂ ਸੰਤ ਹਾਂ, ਮੈਂ ਭਗਤ ਹਾਂ। ਜੇ ਭਗਤ ਨੂੰ ਪੁੱਛੋ ਕਿ ਮਹਾਰਾਜ ਤੁਸੀਂ ਸੰਤ ਹੋ, ਤੁਸੀਂ ਭਗਤ ਹੋ, ਤੇ ਉਹ ਕਹਿੰਦੇ ਨੇ ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ, ਜਹ ਖਿੰਚੈ ਤਹ ਜਾਓ। ਉਹ ਆਪਣੇ ਆਪ ਨੂੰ ਮਹਾਰਾਜ ਜੀ ਦਾ ਸੇਵਕ ਕਹਿੰਦੇ ਆ, ਦਾਸ ਕਹਿੰਦੇ ਆ, ਕੂਕਰ ਕਹਿੰਦੇ ਆ। ਮਹਾਰਾਜ ਕਹਿੰਦੇ ਭਾਈ ਉਹ ਸੰਤ, ਉਹ ਭਗਤ ਵਾਹਿਗੁਰੂ ਦੇ ਦਰ ਪ੍ਰਵਾਨ ਚੜ ਜਾਂਦੇ ਆ। ਜੋ ਪ੍ਰਭ ਭਾਇਆ, ਜੋ ਮੇਰੇ ਪ੍ਰਭੂ ਨੂੰ ਭਾ ਗਏ ਆ, ਜਿਨ੍ਹਾਂ ਦੇ ਅੰਦਰ ਮੇਰੇ ਪ੍ਰਭੂ ਦਾ ਭਾਣਾ ਭਾ ਗਿਆ ਹੈ ਨਾ, ਮਹਾਰਾਜ ਕਹਿੰਦੇ ਭਾਈ ਉਹ ਸੁਰਖਰੂ ਹੁੰਦੇ ਆ ਵਾਹਿਗੁਰੂ ਜੀ ਦੇ ਦਰਬਾਰ ਅੰਦਰ। ਸਈ ਵਿਚਖਣ ਜੰਤ, ਉਹ ਜੰਤ, ਉਹ ਜੀਵ ਸਤਿਗੁਰੂ ਜੀ ਕਹਿੰਦੇ ਭਾਈ ਵਿਚਖਣ ਕੀ ਚਤੁਰ ਹਨ। ਜਿਹੜਾ ਸਾਧ ਸੰਗਤ ਜੀ ਰੱਬ ਦਾ ਪਿਆਰਾ ਨਾ, ਬੜੇ ਚਲਾਕ ਹੁੰਦੇ ਆ, ਵੇਖਣ ਨੂੰ ਲੱਗਦੇ ਆ ਕਿ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਬਾਹਰ ਦੀ, ਬੜੇ ਭੋਲੇ ਆ। ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਚਤੁਰਾਈ ਅਤ ਕਨੀ, ਹਰ ਸਿਮਰਤ ਦਿਨ ਜਾਏ। ਵਾਹਿਗੁਰੂ ਵਾਹਿਗੁਰੂ ਕਰਦੇ ਆ ਜਿਹਦਾ ਦਿਨ ਰਾਤ ਲੰਘਦਾ ਨਾ, ਬੜੇ ਚਲਾਕ ਹੁੰਦੇ ਆ। ਉਹ ਮਨਮੁਖ ਤਾਂ ਕਦੇ ਕਾਮ ਦੇ ਫੁਰਨੇ ਨੇ ਢਾ ਲਿਆ, ਕਦੇ ਕ੍ਰੋਧ ਨੇ ਢਾ ਲਿਆ। ਰੱਬ ਦੇ ਪਿਆਰੇ ਤਾਂ ਕਾਮ ਦਾ ਫੁਰਨਾ ਨਹੀਂ ਚੱਲਣ ਦਿੰਦੇ, ਕ੍ਰੋਧ ਨੂੰ ਆਪਣੇ ਅੰਦਰ ਆਉਣ ਹੀ ਨਹੀਂ ਦਿੰਦੇ। ਇੰਨੇ ਚਲਾਕ ਹੁੰਦੇ, ਉਸੇ ਵੇਲੇ ਮਨ ਦੀ ਗਤਾ ਗਤੀ ਨੂੰ ਫੜ ਲੈਂਦੇ ਆ, ਮਨ ਦੇ ਅੰਦਰ ਬੁਰਾਈ ਆਉਣ ਹੀ ਨਹੀਂ ਦਿੰਦੇ। ਸਤਿਗੁਰੂ ਜੀ ਕਹਿੰਦੇ ਭਾਈ ਉਹ ਬਹੁਤ ਚਤੁਰ ਹੁੰਦੇ ਆ, ਜਿਨ੍ਹਾਂ ਨੂੰ ਵਾਹਿਗੁਰੂ ਨਾਮ ਸਦਾ ਚੇਤੇ ਰਹਿੰਦਾ ਹੈ। ਉਹ ਜੰਤ, ਉਹ ਜੀਵ ਸਦਾ ਮਹਾਰਾਜ ਕਹਿੰਦੇ ਭਾਈ ਚਤੁਰ ਹਨ, ਚਲਾਕ ਹਨ। ਜਿਨੀ ਹਰ ਧਿਆਇਆ, ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਫਿਰ ਮਹਾਰਾਜ ਕਹਿੰਦੇ ਸੇਈ ਬਚਖਣ ਜੰਤ। ਸਾਧ ਸੰਗਤ ਜੀ ਛੰਦੀ ਸੇਧ ਕਰਕੇ ਬੇਚਖਣ, ਚਖਣ ਕਹਿੰਦੇ ਆ ਚਕਸ਼ੂ ਨੇਤਰਾਂ ਨੂੰ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਜਿਹੜੇ ਅੰਦਰ ਜਿਹੜੀ ਦਿਵ ਦ੍ਰਿਸ਼ਟੀ ਹੈ ਨਾ, ਅੰਦਰਲੇ ਚਕਸ਼ੂ ਗਿਆਨ ਦੀਆਂ ਅੱਖਾਂ, ਉਹ ਖੁੱਲ ਜਾਂਦੀਆਂ ਨੇ। ਕਿਹਨਾਂ ਦੀਆਂ? ਜਿਨ੍ਹਾਂ ਨੇ ਵਾਹਿਗੁਰੂ ਨਾਮ ਨੂੰ ਧਿਆਇਆ ਹੈ, ਬਾਰ-ਬਾਰ ਆਪਣੀ ਰਸਨਾ ਤੋਂ ਗੁਰ ਮੰਤਰ ਜਪਿਆ ਹੈ। ਉਹਨਾਂ ਦੇ ਅੰਦਰਲਾ ਜਿਹੜਾ ਸਾਧ ਸੰਗਤ ਜੀ ਗਿਆਨ ਦਾ ਨੇਤਰ, ਉਹ ਖੁੱਲ ਜਾਂਦਾ ਏ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਗਿਆਨ ਹੋ ਜਾਂਦਾ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਇਹੋ ਜਿਹਾ ਗਿਆਨ ਆਉਂਦਾ ਕਿ ਪ੍ਰਲੋਕ ਤੱਕ ਦੀ ਉਹਨਾਂ ਨੂੰ ਸੋਝੀ ਹੋ ਆਉਂਦੀ ਹੈ। ਹਜੂਰ ਕਹਿੰਦੇ ਦਿਵ ਦ੍ਰਿਸ਼ਟੀ ਮਿਲ ਜਾਂਦੀ ਆ। ਅੰਮ੍ਰਿਤ ਨਾਮ ਨਿਧਾਨ, ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਮ੍ਰਿਤਿਉ ਤੋਂ ਰਹਿਤ ਕਰ ਦੇਣ ਵਾਲਾ ਹੈ। ਐਸਾ ਅੰਮ੍ਰਿਤ ਹੈ ਕਿ ਜਿਹਦੇ ਨਾਲ ਸਾਧ ਸੰਗਤ ਜੀ ਫਿਰ ਮੌਤ ਨਹੀਂ ਆਉਂਦੀ। ਅੰਮ੍ਰਿਤ ਨਾਮ ਉਹਨਾਂ ਨੇ ਸਮਝਿਆ ਕਿ ਇਹੀ ਨਿਧਾਨ ਖਜ਼ਾਨਾ ਹੈ। ਹੋਰ ਖਜ਼ਾਨੇ ਸੰਸਾਰ ਦੇ ਅੰਦਰ ਸਭ ਨਾਸ਼ ਹੋ ਜਾਣ ਵਾਲੇ ਹੈ। ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਉਹਨਾਂ ਨੇ ਨਿਧਾਨ ਖਜ਼ਾਨਾ ਸਮਝਿਆ ਹੈ। ਭੋਜਨ ਖਾਇਆ, ਨਾਮ ਰੂਪੀ ਭੋਜਨ ਨੂੰ ਉਹਨਾਂ ਨੇ ਖਾਧਾ, ਜਿਸ ਕਰਕੇ ਤ੍ਰਿਪਤ ਹੋ ਗਏ ਸਦਾ ਲਈ। ਕਦੇ ਫਿਰ ਭੁੱਖ ਲੱਗਦੀ ਹੀ ਨਹੀਂ ਸੰਸਾਰ ਦੇ ਪਦਾਰਥਾਂ ਦੀ। ਨਾਮ ਦੀ ਇੰਨੀ ਭੁੱਖ ਲੱਗਦੀ ਹੈ ਕਿ ਉਹਨਾਂ ਨੂੰ ਰੱਜ ਹੀ ਨਹੀਂ ਆਉਂਦਾ। ਉਹ ਤਾਂ ਹੋਰ ਨਾਮ ਜਪਦੇ ਆ, ਹੋਰ ਨਾਮ ਜਪਦੇ ਆ। ਮਹਾਰਾਜ ਜੀ ਨੂੰ ਪੁੱਛਿਆ ਸੀ ਸਿੱਧਾ ਨੇ ਗੁਰੂ ਨਾਨਕ ਸਾਹਿਬ, ਆਪ ਨੂੰ ਕਿੰਨੀ ਕੁ ਭੁੱਖ ਹੈ ਨਾਮ ਦੀ? ਮਹਾਰਾਜ ਨੇ ਕਿਹਾ ਮਾਰੂ ਮੀਹ ਨ ਤ੍ਰਿਪਤਿਆ, ਅੱਗੀ ਲਹੈ ਨਾ ਭੁੱਖ। ਹਜੂਰ ਕਹਿੰਦੇ ਸਿੱਧੋ, ਮਾਰੂ ਥਲ ਕਦੇ ਮੀਂਹ ਪੈਣ ਨਾਲ ਰੱਜ ਜਾਂਦਾ ਕਿ ਮੈਨੂੰ ਹੁਣ ਹੋਰ ਨਹੀਂ ਵਰਖਾ ਚਾਹੀਦੀ, ਮੈਂ ਰੱਜ ਗਿਆ? ਉਹ ਤਾਂ ਜਿੰਨੀ ਮਰਜ਼ੀ ਵਰਖਾ ਪਈ ਜਾਏ ਮਾਰੂ ਥਲ ਵਿੱਚ ਜਜ਼ਬ ਹੋਈ ਜਾਂਦੀ ਹੈ। ਜਾਂ ਅੱਗ ਰੱਜ ਜਾਂਦੀ ਹੈ ਕਿ ਮੈਨੂੰ ਹੋਰ ਹੁਣ ਲੱਕੜਾਂ ਨਾ ਪਾਓ, ਮੈਂ ਰੱਜ ਗਈ ਹਾਂ। ਜਿੰਨੀਆਂ ਲੱਕੜਾਂ ਪਾ ਦਿਓ ਸਭ ਭਸਮ ਕਰ ਦਿੰਦੀ ਹੈ। ਰੱਬ ਦੇ ਪਿਆਰਿਆਂ ਨੂੰ ਨਾਮ ਦੀ ਭੁੱਖ ਤੀਬਰਤਾ ਨਾਲ ਲੱਗਦੀ ਹੈ। ਉਹ ਨਹੀਂ ਕਹਿੰਦੇ ਕਿ ਅੱਜ ਹੁਣ ਕਰ ਲਏ 10 ਪਾਠ ਤੇ ਬਸ ਬਹੁਤ ਹੈ। ਨਹੀਂ, ਉਹ ਤਾਂ ਮਹਾਰਾਜ ਦੀ ਬਾਣੀ ਦੇ ਪਾਠ ਪਿਆਰ ਨਾਲ ਵੱਧ ਤੋਂ ਵੱਧ ਕਰੀ ਜਾਂਦੇ ਹੈ। ਇਉਂ ਸਤਿਗੁਰੂ ਜੀ ਕਹਿੰਦੇ ਹਨ, ਸੰਤ ਜਨਾ ਕੀ ਧੂਰ। ਐਸੇ ਸੰਤਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਨਾਮ ਦਾ ਭੋਜਨ ਖਾਧਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਅੰਮ੍ਰਿਤ ਦਾ ਖਜ਼ਾਨਾ ਇਕੱਠਾ ਕਰ ਲਿਆ ਹੈ, ਐਸੇ ਸਤਿਪੁਰਸ਼ਾਂ ਦੇ ਚਰਨਾਂ ਦੀ ਜੋ ਧੂੜ ਹੈ। ਮਸਤਕ ਲਾਇਆ, ਹਜੂਰ ਕਹਿੰਦੇ ਭਾਈ ਜਿਸ ਨੇ ਮਸਤਕ ਤੇ ਲਾ ਲਈ ਹੈ ਨਾ ਉਹ ਚਰਨ ਧੂੜ,
ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਭਾਈ ਉਹ ਜੀਵ ਸੰਸਾਰ ਦੇ ਅੰਦਰ ਸਭ ਮੈਲਾਂ ਨੂੰ ਗਵਾ ਲੈਂਦੇ ਆ, ਜਿਨ੍ਹਾਂ ਦੇ ਮਸਤਕ ਦੇ ਉੱਤੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਲੱਗ ਜਾਂਦੀ ਹੈ। ਮਸਤਕ ਕੀ ਹੈ? ਅੰਤःਕਰਣ। ਸਾਧ ਸੰਗਤ ਜੀ ਇਹ ਧੂੜ ਕੀ ਹੈ? ਨਿਮਰਤਾ। ਜਿਨ੍ਹਾਂ ਦੇ ਅੰਤःਕਰਣ ਦੇ ਅੰਦਰ ਨਿਮਰਤਾ ਰੂਪੀ ਧੂੜ ਪਰਸ ਗਈ ਹੈ, ਉਹ ਸਾਧ ਸੰਗਤ ਜੀ ਪਾਪੀ ਵੀ ਪਵਿੱਤਰ ਹੋ ਜਾਂਦੇ। ਹਜੂਰ ਕਹਿੰਦੇ ਹਨ ਸਮਾਪਤੀ ਕਰਦੇ ਹੋਏ, ਨਾਨਕ ਭਏ ਪੁਨੀਤ। ਸਤਿਗੁਰੂ ਜੀ ਕਹਿੰਦੇ ਭਾਈ ਉਹ ਪੁਨੀਤ ਹੋ ਗਏ। 3 ਵਾਰ ਪਵਿੱਤਰ ਕਹੀਏ ਤੇ ਇੱਕ ਪੁਨੀਤ ਬਣਦਾ ਹੈ। ਹਜੂਰ ਕਹਿੰਦੇ ਉਹ ਪਵਿੱਤਰ ਹੋ ਗਏ, ਮਨ ਕਰਕੇ ਪਵਿੱਤਰ ਹੋ ਗਏ, ਬਾਣੀ ਕਰਕੇ ਪਵਿੱਤਰ ਹੋ ਗਏ, ਸਰੀਰ ਕਰਕੇ, ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਪਰਸਿਆ, ਸਤ ਸੰਗਤ ਦੇ ਚਰਨਾਂ ਦੀ ਧੂੜ ਨੂੰ ਪਰਸਿਆ। ਨਾਮ ਰਸੀਏ ਗੁਰਸਿੱਖ। ਜਿਵੇਂ ਸਾਧ ਸੰਗਤ ਜੀ ਮਹਾਰਾਜ ਆਪਣੀ ਬਾਣੀ ਵਿੱਚ ਪ੍ਰਮਾਣ ਦਿੱਤੇ ਹੈ, ਚੰਦਨ ਦਾ ਇੱਕ ਛੋਟਾ ਜਿਹਾ ਬੂਟਾ ਜਿਸ ਜੰਗਲ ਵਿੱਚ ਹੁੰਦਾ ਹੈ, ਸਭ ਜੰਗਲ ਨੂੰ ਚੰਦਨ ਕਰ ਦਿੰਦਾ ਹੈ। ਐਸਾ ਨਾਮ ਰਸੀਆ ਗੁਰਸਿੱਖ। ਮਹਾਰਾਜ ਕਹਿੰਦੇ ਭਾਈ ਜਿੱਥੇ ਉਹ ਹੁੰਦੇ ਆ ਨਾ ਇਹੋ ਜਿਹੇ ਮਹਾਤਮਾ, ਉਹ ਸਾਰੇ ਆਪਣੇ ਸੰਗੀਆਂ ਨੂੰ ਵੀ ਭਗਤੀ ਦੀ ਮਹਿਕ ਨਾਲ ਮਹਿਕਣ ਲਾ ਦਿੰਦੇ ਆ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਬਲਾਸ, ਓਏ ਪੀ ਚੰਦਨ ਹੋਏ ਰਹੇ, ਬਸ ਹੈ ਜੋ ਚੰਦਨ ਪਾਸ। ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜ ਪਰਸਦੇ ਆ ਨਾ, ਨਾਨਕ ਭਏ ਪੁਨੀਤ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਭਾਈ ਪਵਿੱਤਰ ਹੋ ਗਏ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਸਾਰੇ ਪਾਪ ਲੱਥ ਗਏ, ਸਾਰੀਆਂ ਮੈਲਾਂ ਉਹਨਾਂ ਨੇ ਗਵਾ ਲਈਆਂ, ਜਿਨ੍ਹਾਂ ਨੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਨੂੰ ਪਰਸਿਆ। ਇੱਥੇ ਚਰਨਾਂ ਦੀ ਧੂੜ ਨੂੰ ਪਰਸਣਾ, ਨਿਮਰਤਾ ਨਾਲ ਆ ਕੇ ਸ਼ਬਦ ਵਿੱਚ ਜੁੜਨਾ, ਸਾਧ ਸੰਗਤ ਦੀ ਸੇਵਾ ਕਰਨੀ। ਜਿੰਨੀ ਸੇਵਾ ਜਥਾ ਸ਼ਕਤ ਕਰ ਸਕੋ ਤੇ ਉਸ ਸੇਵਾ ਦਾ ਮਾਣ ਨਹੀਂ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜੂਰ ਆ ਕੇ ਗੁਰਸਿੱਖਾਂ ਨੂੰ ਸਤਿਗੁਰਾਂ ਦਾ ਰੂਪ ਜਾਣਨਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਫਿਰ ਪਵਿੱਤਰ ਹੋ ਜਾਂਦੇ ਐ, ਸਾਰੀਆਂ ਹੀ ਮੈਲਾਂ ਉਹਨਾਂ ਦੀਆਂ ਲੱਥ ਜਾਂਦੀਆਂ ਹਨ। ਹਰ ਤੀਰਥ ਨਾਇਆ। ਵਾਹਿਗੁਰੂ ਨਾਮ ਦਾ ਤੀਰਥ ਵੈ ਸਾਧ ਸੰਗਤ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਇਹ ਵਾਹਿਗੁਰੂ ਦੇ ਨੂਰ ਦਾ ਤੀਰਥ ਹੈ। ਇੱਥੇ ਨਾਮ ਦਾ ਪ੍ਰਕਾਸ਼ ਹੈ। ਜਿਹੜਾ ਸਾਧ ਸੰਗਤ ਜੀ ਹਰੀ ਨਾਮ ਤੀਰਥ ਤੇ ਇਸ਼ਨਾਨ ਕਰਦਾ ਹੈ, ਸਾਧ ਸੰਗਤ ਦੇ ਅੰਦਰ ਇਸ਼ਨਾਨ ਕਰਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਹਨੂੰ ਇੱਥੋਂ ਗੁਰਸਿੱਖਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ। ਤੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਜਿਹੜਾ ਇਸ ਧੂੜ ਨਾਲ ਇਸ਼ਨਾਨ ਕਰ ਲੈਂਦਾ ਨਾ, ਉਹਦੀਆਂ ਸਾਰੀਆਂ ਹੀ ਮੈਲਾਂ ਸੱਚੇ ਪਾਤਸ਼ਾਹ ਜੀ ਗਵਾ ਦਿੰਦੇ ਐ, ਨਾਸ਼ ਕਰ ਦਿੰਦੇ ਐ। ਗੁਰਸਿੱਖ ਇਹ ਸਾਧ ਸੰਗਤ ਜੀ ਰੋਜ਼ ਨਾਮ ਦੇ ਤੀਰਥ ਤੇ ਇਸ਼ਨਾਨ ਕਰਦੇ ਐ। ਸਾਧ ਸੰਗਤ ਇਹ ਤੀਰਥ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਮ ਜਲ ਦੇ ਨਾਲ ਗੁਰਸਿੱਖ ਇਸ਼ਨਾਨ ਕਰਦੇ ਐ। ਇਹ ਇਸ਼ਨਾਨ ਹੈ ਸੁਣਿਆ ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਰਹਿਮਤ ਕਰਨ। ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਹਿਰਦੇ ਵਿੱਚ ਵਸੇ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।